ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਹਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ
ਸਭਨਾ ਦਾ ਵਿਸਾਹੋ। ਵਾਹਿਗੁਰੂ ਸਾਹਿਬ ਜੀ। ਸਾਕਤ ਸੰਗ ਨ ਕੀਜਈ ਪਿਆਰੇ, ਜੇ ਕਾ ਪਾਰ ਵਸਾਏ। ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੈ ਉਠ ਜਾਏ। ਮਨ ਮੁਖ ਢੋਈ ਨਹਿ ਮਿਲੈ ਪਿਆਰੇ, ਦਰਗਹ ਮਿਲੈ ਸਜਾਏ। ਜੋ ਗੁਰ ਮੇਲ ਸਵਾਰਿਆ ਪਿਆਰੇ, ਤਿਨਾ ਪੂਰੀ ਪਾਏ। ਸਾਕਤ ਸੰਗ ਨ ਕੀਜਈ ਪਿਆਰੇ, ਜੇ ਕਾ ਪਾਰ ਵਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਨਿਤਨੇਮ ਪਾਠ ਜਾਪ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਪੜ੍ਹੇ ਸੁਣੇ ਗਏ ਹਨ। ਉਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ, ਜਿਸ ਦੀ ਵਿਚਾਰ ਆਪਾਂ ਕੱਲ੍ਹ ਤੋਂ ਪ੍ਰਾਰੰਭ ਕੀਤੀ ਹੈ। ਰਹਿੰਦੇ ਸ਼ਬਦਾਂ ਦੀ ਵਿਚਾਰ, ਰਹਿੰਦੇ ਪਦਿਆਂ ਦੀ ਵਿਚਾਰ ਆਪਾਂ ਅੱਜ ਸਰਵਣ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸਤਿਗੁਰਾਂ ਨੇ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸ਼ਬਦ ਦਾ ਭਾਵ ਅਰਥ, ਸ਼ਬਦ ਦਾ ਕੇਂਦਰੀ ਭਾਵ
ਬਖਸ਼ਿਸ਼ ਕੀਤਾ ਹੈ ਕਿ ਜਦੋਂ ਅਸੀਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਓਟ ਲੈ ਕੇ ਚੱਲਦੇ ਹਾਂ, ਪਰਮਾਤਮਾ ਦਾ ਆਸਰਾ ਤੱਕ ਕੇ ਆਪਣੀ ਜ਼ਿੰਦਗੀ ਬਸਰ ਕਰਦੇ ਹਾਂ, ਤੇ ਉਹਦੇ ਨਾਲ ਫਿਰ ਸਾਡੇ ਜੀਵਨ ਦੇ ਅੰਦਰ ਬੜੀ ਤਬਦੀਲੀ ਆਉਂਦੀ ਹੈ। ਬੜਾ ਜੀਵਨ ਜਿਹੜਾ ਉਹ ਵੱਖਰੇ ਢੰਗ ਦਾ ਬਣ ਜਾਂਦਾ, ਕਿਉਂਕਿ ਇਨਸਾਨ ਜਿਹੜਾ ਉਹ ਆਸਰੇ ਭਾਲਦਾ ਹੈ ਇਹ ਸੰਸਾਰ ਦੇ ਅੰਦਰ, ਪਰ ਜਿਹੜਾ ਸਭ ਨੂੰ ਆਸਰਾ ਦੇਣ ਵਾਲਾ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਹੈ, ਜਦੋਂ ਉਹਦਾ ਆਸਰਾ ਆਪਾਂ ਲੈਂਦੇ ਹਾਂ ਤੇ ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ, ਕੋਈ ਵਿਘਨ, ਕੋਈ ਰੁਕਾਵਟ ਸਾਡੀ ਜ਼ਿੰਦਗੀ ਦੇ ਅੰਦਰ ਨਹੀਂ ਆਉਂਦੀ। ਜੇ ਆਉਂਦੀ ਵੀ ਹੈ ਤੇ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਆਪੇ ਹੀ ਉਹਨਾਂ ਵਿਘਨਾਂ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਹੈ, ਜੇ ਆਪਾਂ ਓਟ ਤੇ ਆਸਰਾ ਉਹਦਾ ਲਈਏ। ਇਸੇ ਪ੍ਰਕਾਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਇਨਸਾਨ ਜ਼ਿਆਦਾਤਰ ਇਨਸਾਨ ਤੋਂ ਆਸਰਾ ਭਾਲਦਾ। ਮਨੁੱਖ ਜਿਹੜਾ ਉਹ ਮਨੁੱਖ ਤੋਂ ਕੁਝ ਨਾ ਕੁਝ ਆਸਰੇ ਦੀ ਆਸ ਰੱਖਦਾ, ਪਰ ਸਤਿਗੁਰੂ ਜੀ ਕਹਿੰਦੇ ਕੋਈ ਬੰਦਾ ਦੂਸਰੇ ਬੰਦੇ ਨੂੰ ਆਸਰਾ ਨਹੀਂ ਦੇ ਸਕਦਾ। ਲੋਕ ਤੇ ਪਰਲੋਕ ਦੇ ਅੰਦਰ ਇੱਕ ਮਨੁੱਖ ਦੂਜੇ ਮਨੁੱਖ ਦੀ ਸਹਾਇਤਾ ਕਰਨ ਦੇ ਵਿੱਚ ਸਮਰੱਥ ਨਹੀਂ ਹੈ। ਜੇ ਲੋਕ ਤੇ ਪਰਲੋਕ ਦੇ ਅੰਦਰ ਸਮਰੱਥਵਾਨ ਹੈ ਤੇ ਉਹ ਸਤਿਗੁਰੂ ਸਾਹਿਬਾਨ ਹਨ, ਪਰਮੇਸ਼ਰ ਵਾਹਿਗੁਰੂ ਹੈ। ਪਰ ਸਾਡੇ ਮਨ ਦਾ ਸੁਭਾਅ ਐਸਾ ਹੈ ਕਿ ਅਸੀਂ ਗੁਰੂ ਦਾ ਆਸਰਾ ਨਾ ਤੱਕਦਿਆਂ ਹੋਇਆਂ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ ਕਿ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਐਸੇ ਪੁਰਸ਼ਾਂ ਦੀ ਬਾਬਤ ਬਿਆਨ ਕਰਦੇ ਹਨ ਕਿ ਜਿਹੜੇ ਸੰਸਾਰ ਦੇ ਅੰਦਰ ਪਰਮਾਤਮਾ ਤੋਂ ਦੂਰ, ਉਹਦੀ ਬੰਦਗੀ ਤੋਂ ਦੂਰ, ਸੇਵਾ ਤੇ ਸਿਮਰਨ ਤੋਂ ਦੂਰ ਜਿਹੜੇ ਕੋਈ ਪੁਰਸ਼ ਹਨ, ਉਹਨਾਂ ਦੀ ਸੰਗਤ ਜਿਹੜੀ ਹੈ ਉਹ ਸਾਡੇ ਵਾਸਤੇ ਲਾਭਕਾਰੀ ਨਹੀਂ ਹੁੰਦੀ। ਜੇ ਆਪਾਂ ਐਸੇ ਪੁਰਸ਼ਾਂ ਦੀ ਸੰਗਤ ਦੇ ਅੰਦਰ ਬੈਠਦੇ ਹਾਂ ਤੇ ਉਹਦਾ ਫਲ ਜਿਹੜਾ ਉਹ ਸਾਨੂੰ ਭੋਗਣਾ ਪੈਂਦਾ। ਇਸੇ ਪ੍ਰਕਾਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਰੀਆਂ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਾਕਤ ਸੰਗ ਨ ਕੀਜਈ ਪਿਆਰੇ, ਜੇ ਕਾ ਪਰ ਵਸਾਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ, ਹੇ ਪਿਆਰੇ ਜੀਵ, ਸਾਕਤ ਸੰਗ ਨ ਕੀਜੇ। ਸਾਕਤ ਕਿਸ ਨੂੰ ਆਖਿਆ ਜਾਂਦਾ ਹੈ ਕਿ ਜਿਹੜਾ ਇਨਸਾਨ ਪਰਮੇਸ਼ਰ ਦੀ ਬੰਦਗੀ ਤੋਂ, ਉਹਦੀ ਹੋਂਦ ਤੋਂ ਉਲਟ ਚੱਲਦਾ ਹੋਵੇ, ਜਿਹੜਾ ਰੱਬ ਦੇ ਬਣਾਏ ਹੋਏ ਨਿਯਮ ਤੋਂ ਉਲਟ ਚੱਲਦਾ ਹੋਵੇ, ਜਿਹੜਾ ਪਰਮੇਸ਼ਰ ਦੇ ਸੇਵਾ ਸਿਮਰਨ ਭਗਤੀ ਵਾਲੇ ਪਾਸੇ ਤੋਂ ਉਲਟ ਕੁਤਰਕ ਤੇ ਰਸਤੇ ਤੇ ਚੱਲਣ ਵਾਲਾ ਹੋਵੇ, ਉਹਨੂੰ ਸਾਕਤ ਆਖਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਐਸੇ ਪੁਰਸ਼ ਦੀ ਸੰਗਤ ਜਿਹੜੀ ਹੈ ਨਾ ਕੀਜੇ।
हे प्यारे जीव ਆਪਣੇ ਜੀਵਨ ਦੇ ਅੰਦਰ ਨਾ ਕਰ। ਕਿੱਥੋਂ ਕੁ ਤੱਕ ਨਾ ਕਰ, ਜੇ ਕਾ ਪਾਰ ਵਸਾਏ। ਸਤਿਗੁਰੂ ਜੀ ਕਹਿੰਦੇ ਜਿੱਥੋਂ ਤੱਕ ਤੇਰੇ ਸਾਹ ਚੱਲਦੇ, ਇੱਥੋਂ ਤੱਕ ਕਿ ਤੇਰੀ ਜਿੰਦ ਜਾਨ ਸਰੀਰ ਜਿਹੜਾ ਉਹ ਲੇਖੇ ਲੱਗਦਾ ਲੱਗ ਜਾਏ, ਪਰ ਐਸੇ ਪੁਰਸ਼ ਦੀ ਸੰਗਤ ਨਾ ਕਰ, ਕਿਉਂਕਿ ਸੰਗਤ ਦਾ ਫਲ ਫਿਰ ਤੈਨੂੰ ਭੋਗਣਾ ਪੈਣਾ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਉਂਦੇ ਹਨ, ਕਬੀਰ ਸਾਕਤ ਸੰਗ ਨ ਕੀਜੀਐ, ਦੂਰ ਹੈ ਜਾਈਐ ਭਾਗ, ਬਰਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਹਨ। ਭਗਤ ਜੀ ਕਹਿੰਦੇ ਕਿ ਸਾਕਤ ਦੀ ਜਿਹੜੀ ਸੰਗਤ ਆ ਉਹ ਨਾ ਕਰ। ਜਦੋਂ ਕੋਈ ਇੱਦਾਂ ਦਾ ਪੁਰਸ਼ ਮਿਲਦਾ ਤੇ ਭਗਤ ਜੀ ਕਹਿੰਦੇ ਦੂਰ ਹੈ ਜਾਈਐ ਭਾਗ, ਦੂਰ ਭੱਜ ਜਾ ਉਹਦੇ ਤੋਂ। ਐਸੇ ਪੁਰਸ਼ ਦੀਆਂ ਵਿਚਾਰਾਂ ਸੁਣਨ ਤੋਂ ਦੂਰ ਚਲਿਆ ਜਾ, ਆਪਣੇ ਕੰਨ ਦੂਰ ਕਰ ਲੈ ਐਸੀਆਂ ਵਿਚਾਰਾਂ ਤੋਂ। ਪ੍ਰਮਾਣ ਭਗਤ ਜੀ ਨੇ ਦਿੱਤਾ ਹੈ, ਬਰਸਨ ਕਾਰੋ ਪਰਸੀ ਹੈ। ਜਿਵੇਂ ਕੋਈ ਭਾਂਡਾ ਕਾਲਾ ਹੋਵੇ, ਜਿਵੇਂ ਭਾਂਡੇ ਘਰਾਂ ਦੇ ਅੰਦਰ ਕਾਲੇ ਹੋ ਜਾਂਦੇ ਜਿਨ੍ਹਾਂ 'ਚ ਆਪਾਂ ਕੁਝ ਬਣਾਉਣੇ ਹੈ, ਕਹਿੰਦੇ ਜੇ ਉਹਨੂੰ ਪਰਸੀ ਹੈ, ਜੇ ਉਹਨੂੰ ਛੂਹੀਏ ਆਪਾਂ, ਉਹਨੂੰ ਆਪਾਂ ਆਪਣੇ ਹੱਥਾਂ ਦੇ ਵਿੱਚ ਫੜੀਏ, ਤਉ ਕਿਛ ਲਾਗੈ ਦਾਗ। ਤੇ ਕੱਪੜਿਆਂ 'ਤੇ ਕਾਲਸ ਵੀ ਲੱਗ ਜਾਂਦੀ ਹੈ, ਹੱਥਾਂ 'ਤੇ ਵੀ ਕਾਲਸ ਲੱਗ ਜਾਂਦੀ ਹੈ, ਉਹ ਦਾਗ ਆਪਣੇ ਛੱਡ ਜਾਂਦਾ। ਉਹਦੀ ਸੰਗਤ ਕੀਤੀ ਭਾਂਡੇ ਦੀ ਤੇ ਉਹਨੇ ਜੋ ਕੁਝ ਉਹਦੇ ਕੋਲ ਸੀ ਉਹ ਆਪਣੇ ਹੱਥਾਂ 'ਤੇ ਨਿਸ਼ਾਨ ਛੱਡ ਗਿਆ, ਕੱਪੜਿਆਂ 'ਤੇ ਛੱਡ ਗਿਆ। ਇਸੇ ਪ੍ਰਕਾਰ ਹੀ ਭਗਤ ਜੀ ਕਹਿੰਦੇ ਸੰਗਤ ਜਿਹੜੀ ਆ ਉਹ ਵੀ ਆਪਣਾ ਅਸਰ ਛੱਡਦੀ ਹੈ। ਤੇ ਜੇ ਤੂੰ ਸਾਕਤ ਪੁਰਸ਼ ਦੀ ਸੰਗਤ ਕਰ ਰਿਹਾ, ਜਿਹੜਾ ਰੱਬ ਦੀ ਹੋਂਦ ਤੋਂ ਉਲਟ ਹੈ, ਵਿਚਾਰਾਂ ਤੋਂ ਉਲਟ ਹੈ, ਨਾਮ ਸਿਮਰਨ ਬੰਦਗੀ ਵਾਲੇ ਪਾਸੇ ਤੋਂ ਉਲਟ ਹੈ, ਸਤਿਗੁਰਾਂ ਦੇ ਉਪਦੇਸ਼ਾਂ ਤੋਂ ਉਲਟ ਹੈ, ਨਹੀਂ ਮੰਨਦਾ ਉਹਨਾਂ ਨੂੰ, ਆਪਣੀ ਅਕਲ ਦੇ ਨਾਲ, ਆਪਣੇ ਦਿਮਾਗ ਦੇ ਨਾਲ, ਚਤਰਾਈ ਦੇ ਨਾਲ, ਸਿਆਣਪ ਦੇ ਨਾਲ, ਜਿਹੜਾ ਤਰਕਾਂ ਦੇ ਨਾਲ, ਦਲੀਲਾਂ ਦੇ ਨਾਲ ਬੜਾ ਕੁਝ ਸਿੱਧ ਕਰ ਦਿੰਦਾ, ਐਸੀਆਂ ਜਿਹੜੀਆਂ ਵਿਚਾਰਾਂ ਹਨ, ਐਸੇ ਪੁਰਸ਼ ਜਿਹੜੇ ਹਨ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੰਗਤ ਤੋਂ ਬਚ ਜਾ। ਤੇ ਜੇ ਤੂੰ ਉਹਨਾਂ ਦੀ ਸੰਗਤ ਕਰਨ ਲੱਗ ਪਿਆ ਤੇ ਫਿਰ ਉਹਨਾਂ ਦਾ ਅਸਰ ਤੇਰੇ 'ਤੇ ਹੋ ਜਾਣਾ। ਤੇਰੇ ਮਨ ਦੇ ਉੱਤੇ ਉਹ ਦਾਗ, ਉਹ ਕਾਲਸ ਜਿਹੜੀ ਹੈ ਉਹ ਜੰਮ ਜਾਣੀ ਹੈ। ਮਨ ਤੇ ਪਹਿਲਾਂ ਹੀ ਕਾਲਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਮੈਲ ਤੇ ਮਨ ਦੇ ਅੰਦਰ ਪਹਿਲਾਂ ਹੀ ਲੱਗੀ ਹੋਈ ਹੈ, ਦੂਸਰੀ ਸੰਗਤ ਵੀ ਮੈਲ ਦੀ ਕਰ ਲਈ, ਫਿਰ ਤੇ ਸਤਿਗੁਰੂ ਜੀ ਕਹਿੰਦੇ ਨਿਕਲਣਾ ਬੜਾ ਔਖਾ ਹੈ। ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਸਾਕਤ ਸੰਗ ਨ ਕੀਜੇ ਪਿਆਰੇ। ਐਸੇ ਪੁਰਸ਼ਾਂ ਦੀ ਸੰਗਤ ਜਿਹੜੀ ਆਪਣੇ ਜੀਵਨ ਦੇ ਅੰਦਰ ਹੈ ਪਿਆਰੇ ਜੀਵ ਨਾ ਕਰ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਜੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ, ਜਿਸ ਦੇ ਆਪਾਂ ਦਰਸ਼ਨ ਕੀਤੇ ਹੈ, ਪੜ੍ਹਿਆ ਹੈ ਉਸ ਨੂੰ, ਉਹਦੇ ਅੰਦਰ ਵੀ ਸਤਿਗੁਰਾਂ ਨੇ ਇਹੀ ਬਚਨ ਕੀਤੇ ਹੈ। ਐਸਿਆਂ ਦੀ ਪਰਮੇਸ਼ਰ ਦੇ ਅੱਗੋਂ ਜਾਚਨਾ ਕੀਤੀ ਹੈ, ਬੇਨਤੀ ਕੀਤੀ, ਅਰਦਾਸ ਕੀਤੀ ਹੈ ਕਿ ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੋਂ ਬਕਉ ਸੁਭ ਰਸਨਾ, ਦੀਜਹਿ ਪ੍ਰਾਣ ਅਕੋਰ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਕਿ ਕੋਈ ਜਨ, ਕੋਈ ਪੁਰਸ਼, ਕੋਈ ਐਸੀ ਰੱਬੀ ਰੂਹ, ਰੰਗੀ ਹੋਈ ਆਤਮਾ ਮਿਲੇ ਜਿਹੜੀ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਦੇਵੇ। ਕੋਈ ਜਨ ਹਰਸਿਉ ਦੇਵੈ ਜੋਰ, ਜੋਰ ਦਾ ਅਰਥ ਹੈ ਜੋੜਨਾ, ਰੱਬ ਦੇ ਨਾਲ ਕਿਸੇ ਨੂੰ ਜੋੜਨਾ, ਇਹ ਸਭ ਤੋਂ ਉੱਤਮ ਪੁੰਨ ਹੈ। ਤੇ ਕਿਸੇ ਨੂੰ ਤੋੜ ਦੇਣਾ, ਕਿਸੇ ਨੂੰ ਦੂਰ ਕਰ ਦੇਣਾ, ਇਹ ਸਭ ਤੋਂ ਵੱਡਾ ਗੁਨਾਹ ਤੇ ਪਾਪ ਮੰਨਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਅਸੀਂ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਦੇ ਹਾਂ, ਅਰਦਾਸਾਂ ਕਰਦੇ ਹਾਂ ਕਿ ਪ੍ਰਮਾਤਮਾ ਵਾਹਿਗੁਰੂ ਕੋਈ ਐਸੀ ਰੂਹ ਬਖਸ਼ਿਸ਼ ਕਰ ਜਿਹੜੀ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਦੇਵੇ। ਤੇ ਅਸੀਂ ਉਹਨੂੰ ਭੇਡਾ ਕੀ ਦਈਏ ਫਿਰ, ਜਿਹੜਾ ਰੱਬ ਦੇ ਨਾਲ ਜੋੜੇ, ਜਿਹੜਾ ਸਾਨੂੰ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੋੜਨ ਦਾ ਉਪਦੇਸ਼ ਦੇਵੇ। ਤੇ ਸਤਿਗੁਰੂ ਜੀ ਕਹਿੰਦੇ ਦੀਜਹਿ ਪ੍ਰਾਣ ਅਕੋਰ,
ਅਕੋਰ ਦਾ ਅਰਥ ਹੁੰਦਾ ਭੇਟਾ ਰੱਖਣੇ, ਕਿ ਅਸੀਂ ਆਪਣੇ ਪ੍ਰਾਣਾਂ ਦੀ ਵੀ ਭੇਟਾ ਜਿਹੜੀ ਹੈ ਨਾ ਉਹਦੇ ਅੱਗੇ ਰੱਖ ਦਈਏ, ਜਿਹੜਾ ਕੋਈ ਰੱਬ ਦੇ ਨਾਲ ਜੋੜੇ ਸਾਨੂੰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਗਤ ਐਸੇ ਪੁਰਸ਼ਾਂ ਦੀ ਹੀ ਮੰਗਣੀ ਚਾਹੀਦੀ ਹੈ। ਅਰਦਾਸ ਵੀ ਆਪਾਂ ਕਰਦੇ ਹਾਂ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਿਉਂਕਿ ਸੰਗਤ ਜਿਹੜੀ ਹੈ ਉਹ ਬਹੁਤ ਮਾਇਨੇ ਰੱਖਦੀ ਹੈ। ਸੰਗਤ ਦਾ ਹੀ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇਹਦੇ ਬਾਬਤ ਸੰਗਤ ਦੇ ਪ੍ਰਥਾਏ ਬੜੇ ਪ੍ਰਮਾਣ ਮਿਲਦੇ ਹਨ, ਬੜੀਆਂ ਉਦਾਹਰਨਾਂ ਮਿਲਦੀਆਂ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਭਾਈ ਸਾਹਿਬ ਜੀ ਦੇ ਬਚਨ ਆਉਂਦੇ ਹਨ ਕਿ ਜਿਵੇਂ ਇੱਕ ਪਾਰਸ ਦੀ ਵੱਟੀ ਹੁੰਦੀ ਹੈ, ਅਤੇ ਪਾਰਸ ਦੀ ਵੱਟੀ ਦੀ ਸੰਗਤ ਕਰਕੇ ਜਿਹੜੀਆਂ 8 ਧਾਤਾਂ ਹਨ, ਲੋਹਾ, ਚਾਂਦੀ, ਸਿੱਕਾ, ਇਸੇ ਪ੍ਰਕਾਰ ਤਾਂਬਾ, ਇਹ ਸਾਰੀਆਂ ਹੀ ਧਾਤਾਂ ਜਿਹੜੀਆਂ ਹਨ ਉਹ ਸੋਨਾ ਬਣ ਜਾਂਦੀਆਂ। ਪਾਰਸ ਦੇ ਅੰਦਰ ਐਸੀ ਸਮਰੱਥਾ ਰੱਖੀ ਹੈ ਪਰਮੇਸ਼ਰ ਨੇ ਕਿ ਜਦੋਂ ਉਹਦੀ ਛੋਹ ਪ੍ਰਾਪਤ ਹੁੰਦੀ ਹੈ ਅਤੇ ਉਹਦੀ ਸੰਗਤ ਕਰ ਕਰਕੇ ਉਹ ਧਾਤ ਜਿਹੜੀ ਤਬਦੀਲ ਹੋ ਜਾਂਦੀ ਹੈ, ਧਾਤ ਦੇ ਅੰਦਰ ਪਰਿਵਰਤਨ ਹੋ ਜਾਂਦਾ, ਉਹ ਸੋਨਾ ਬਣ ਜਾਂਦੀ ਹੈ। ਇਸੇ ਪ੍ਰਕਾਰ ਹੀ ਭਗਤ ਜੀ ਨੇ, ਭਾਈ ਸਾਹਿਬ ਜੀ ਨੇ ਉਦਾਹਰਣ ਦਿੱਤੀ ਹੈ ਚੰਦਨ ਦੀ। ਚੰਦਨ ਦਾ ਰੁੱਖ ਹੁੰਦਾ ਜਿਵੇਂ, ਬੜਾ ਛੋਟਾ ਹੁੰਦਾ, ਅਤੇ ਉਹਦੀ ਮਹਿਕ ਐਸੀ ਹੁੰਦੀ ਹੈ ਵੀ ਜਿਸ ਜੰਗਲ ਦੇ ਅੰਦਰ ਚੰਦਨ ਦਾ ਰੁੱਖ ਹੋਵੇ, ਜਿੰਨੀ ਬਨਸਪਤੀ ਹੈ, ਜਿੰਨੇ ਪੇੜ ਪੌਦੇ ਹੈ, ਰੁੱਖ ਹੈ, ਉਹ ਸਾਰਿਆਂ ਦੇ ਵਿੱਚ ਆਪਣੀ ਮਹਿਕ, ਆਪਣੀ ਸੁਗੰਧੀ ਜਿਹੜੀ ਹੈ ਉਹ ਫੈਲਾ ਦਿੰਦਾ। ਹੁਣ ਕਿੰਨੇ ਤਰ੍ਹਾਂ ਦੇ ਰੁੱਖ ਹੈ, ਕਿਸੇ 'ਚੋਂ ਕੋਈ ਸੁਗੰਧੀ ਨਹੀਂ ਆਉਂਦੀ, ਪਰ ਜਦੋਂ ਚੰਦਨ ਦੀ ਸੰਗਤ ਕਰਦੇ ਆ ਉਹਨਾਂ 'ਚੋਂ ਵੀ ਸੁਗੰਧੀ ਆਉਣ ਲੱਗ ਜਾਂਦੀ। ਉਹਨਾਂ ਦੇ ਵਿੱਚੋਂ ਵੀ ਉਹ ਅਸਲੀ ਜਿਹੜੀ ਮਹਿਕ ਹੈ ਉਹ ਆਉਣ ਲੱਗ ਜਾਂਦੀ ਹੈ। ਜਿਵੇਂ ਆਪਾਂ ਨੂੰ ਚੰਦਨ ਮਿਲਦਾ ਬਾਜ਼ਾਰਾਂ ਦੇ ਅੰਦਰ, ਇਹ ਉਹ ਚੰਦਨ ਨਹੀਂ ਹੈ, ਉਹਦੀ ਸੰਗਤ ਕਰਕੇ ਬਣਿਆ ਹੋਇਆ ਚੰਦਨ ਜਿਹੜਾ, ਉਹਦੇ 'ਚ ਵੀ ਇੰਨੀਆਂ ਵਿਸ਼ੇਸ਼ਤਾਈਆਂ ਅਤੇ ਗੁਣ ਹਨ। ਅਸਲੀ ਤਾਂ ਬਹੁਤ ਔਖਾ ਮਿਲਦਾ, ਲੱਭਦਾ ਹੀ ਨਹੀਂ। ਇਸੇ ਪ੍ਰਕਾਰ ਹੀ ਭਗਤ ਜੀ ਨੇ ਉਦਾਹਰਣ ਦਿੱਤੀ ਹੈ ਇੱਕ ਨਾਲੇ ਦੀ। ਜਿਵੇਂ ਆਪਣੇ ਪਾਣੀ ਵਾਲੇ ਬਰਸਾਤੀ ਨਾਲੇ ਚੱਲਦੇ ਆ, ਜਾਂ ਜਿਹੜੀਆਂ ਨਦੀਆਂ ਹਨ, ਛੋਟੇ ਜਿਹੜੇ ਕੋਈ ਦਰਿਆ ਛੋਟੇ ਹਨ, ਇਹ ਆਪਣੀ ਚਾਲ ਦੇ ਨਾਲ, ਰਫਤਾਰ ਦੇ ਨਾਲ ਚੱਲਦੇ ਜਾਂਦੇ ਆ। ਜਿੰਨੀਆਂ ਨਦੀਆਂ ਹਨ ਉਹ ਸਮੁੰਦਰ 'ਚ ਜਾ ਕੇ ਮਿਲਦੀਆਂ। ਜਿਹੜੇ ਛੋਟੇ ਨਾਲੇ ਨਦੀ ਦੀ ਸੰਗਤ ਕਰਦੇ ਆ, ਨਦੀ 'ਚ ਮਿਲ ਜਾਂਦੇ ਆ, ਉਹ ਫਿਰ ਨਦੀ ਸਮੁੰਦਰ ਤੱਕ ਲੈ ਜਾਂਦੀ ਹੈ, ਸਮੁੰਦਰ 'ਚ ਅਭੇਦ ਹੋ ਜਾਂਦੇ ਸੰਗਤ ਕਰਕੇ। ਇਸੇ ਪ੍ਰਕਾਰ ਹੀ ਜਦੋਂ ਆਪਾਂ ਕੋਈ ਨਾਮ, ਅਭਿਆਸ, ਸੇਵਾ, ਸਿਮਰਨ ਕਰਨ ਵਾਲੇ ਗੁਰਸਿੱਖਾਂ ਦੀ ਸੰਗਤ ਕਰਦੇ ਹਾਂ ਅਤੇ ਉਹਨਾਂ ਦੀ ਸੰਗਤ ਕਰਕੇ ਸਾਡੇ ਮਨ ਦੇ ਅੰਦਰ ਵੀ ਪਰਮੇਸ਼ਰ ਦੇ ਪ੍ਰਤੀ ਨਾਮ, ਸਿਮਰਨ, ਬੰਦਗੀ ਦੀ ਇੱਕ ਚਾਹਨਾ ਪੈਦਾ ਹੋ ਜਾਂਦੀ, ਇੱਕ ਇੱਛਾ ਪੈਦਾ ਹੋ ਜਾਂਦੀ। ਮਨ ਦੇ ਅੰਦਰ ਵੈਸੀਆਂ ਵਿਚਾਰਾਂ, ਉਹ ਖਿਆਲ ਫੁਰਨ ਲੱਗ ਜਾਂਦੇ ਹੈ, ਅਤੇ ਫਿਰ ਜੀਵ ਜਿਹੜਾ ਉੱਧਰਲੇ ਪਾਸੇ ਜਦੋਂ ਤੁਰਦਾ ਅਤੇ ਉਹ ਸੰਗਤ ਕਰਦਿਆਂ ਕਰਦਿਆਂ ਉਹਦੇ 'ਤੇ ਐਸੀ ਕਿਰਪਾ ਹੁੰਦੀ, ਉਹ ਪਰਮੇਸ਼ਰ ਦਾ ਰੂਪ, ਉਹ ਅਸਲੀ ਜਿਹੜੀ ਗੱਲ ਉਹਨੂੰ ਸਮਝ ਲੈਂਦਾ। ਇਸੇ ਪ੍ਰਕਾਰ ਹੀ ਧਾਰਮਿਕ ਵਿਦਵਾਨਾਂ ਨੇ ਬਚਨ ਲਿਖੇ ਹਨ ਕਿ ਸੰਗਤ ਕੀਜੈ ਵੱਡਨ ਕੀ, ਹੋਤ ਵੱਡਨ ਸਿਉ ਮੇਲ, ਸਭ ਹੀ ਜਾਣਤ ਜਗਤ ਵਿਖੇ ਬਿਰਛ ਬਰਾਬਰ ਵੇਲ। ਜਿਵੇਂ ਇੱਕ ਵੇਲ ਹੁੰਦੀ ਹੈ, ਆਪਾਂ ਵੇਲਾਂ ਲਾਉਂਦੇ ਹਾਂ, ਜਿਹੜੀ ਵੇਲ ਨੂੰ ਸੰਗਤ ਰੁੱਖ ਦੀ ਹੋ ਜਾਂਦੀ ਹੈ, ਉਹ ਰੁੱਖ ਦੇ ਉੱਤੇ ਤੱਕ ਫੈਲ ਜਾਂਦੀ ਹੈ, ਰੁੱਖ ਤੋਂ ਵੀ ਉੱਚੀ ਹੋ ਕੇ ਉਹ ਦਿਸਦੀ ਹੈ, ਕਿਉਂਕਿ ਰੁੱਖ ਦਾ ਸੁਭਾਅ ਉੱਪਰ ਨੂੰ ਜਾਣ ਦਾ, ਅਤੇ ਉਹ ਵੇਲ ਦੀ ਨੇ ਸੰਗਤ ਕੀਤੀ, ਉਹ ਵੀ ਉੱਪਰ ਤੱਕ ਚਲੀ ਗਈ। ਪਰ ਜਿਹੜੀ ਵੇਲ ਨੂੰ ਸੰਗਤ ਜਿਹੜੀ ਆ ਕਿਸੇ ਟੋਏ ਦੀ ਹੋ ਜੇ, ਨਿਆਈ ਦੀ ਹੋ ਜੇ, ਉਹ ਨੀਵੇਂ ਪਾਸੇ ਨੂੰ ਜਾਂਦੀ ਹੈ। ਉਹ ਫਿਰ ਨੀਵੇਂ ਪਾਸੇ ਨੂੰ ਜਾ ਕੇ ਉਹ ਪਾਣੀ ਦੇ ਵਿੱਚ ਚਲੀ ਜਾਂਦੀ ਹੈ, ਉੱਧਰਲੇ ਪਾਸੇ ਚਲ ਜਾਂਦੀ ਜਿੱਧਰ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ। ਇਸੇ ਪ੍ਰਕਾਰ ਹੀ ਸਤਿਗੁਰਾਂ ਨੇ ਸੰਗਤ ਦੀ ਮਹਾਨਤਾ ਦੱਸੀ ਹੈ।
ਇਸੇ ਪ੍ਰਕਾਰ ਹੀ ਭਾਈ ਸਾਹਿਬ ਜੀ ਦੇ ਕਵਿੱਤ ਸਵਈਆਂ ਦੇ ਅੰਦਰ ਵੀ ਬਚਨ ਆਉਂਦੇ ਹਨ। ਤਨਕ ਹੀ ਦੂਧ ਤਨਕ ਹੀ ਦੱਧ ਪਾਏ ਦੂਧ ਦੱਧ ਹੋਤ ਜੈਸੇ, ਤਨਕ ਹੀ ਕਾਂਜੀ ਪਾਏ ਦੂਧ ਫਟ ਜਾਤ ਹੈ। ਕਿੰਨਾ ਆਪਣੇ ਕੋਲੇ ਦੁੱਧ ਹੋਵੇ, ਮੰਨ ਲਓ ਆਪਣੇ ਕੋਲੇ 2-2.5 ਕਿਲੋ ਦੁੱਧ ਹੈ, ਉਹਦੇ ਵਿੱਚ ਆਪਾਂ 2 ਚਮਚੇ ਜਾਗ ਦੇ ਲਾਉਣੇ ਆ, ਦਹੀਂ ਦੇ ਲਾਉਣੇ ਆ, ਸਾਰਾ ਹੀ ਦੁੱਧ ਜਿਹੜਾ ਦਹੀਂ ਬਣ ਜਾਂਦਾ। ਤੇ ਦੂਸਰੇ ਬੰਨੇ ਉਸੇ ਦੁੱਧ ਦੇ ਵਿੱਚ ਥੋੜ੍ਹੀ ਜਿਹੀ ਰੱਤੀ ਮਾਤਰ ਵੀ ਜਿਹੜੀ ਆਪਣੇ ਕਾਂਜੀ ਹੁੰਦੀ ਉਹ ਪਾ ਦਈਏ, ਦੁੱਧ ਦਾ ਕੁਝ ਵੀ ਨਹੀਂ ਬਣਦਾ, ਸਾਰਾ ਹੀ ਫੁੱਟ ਜਾਂਦਾ, ਨਾਸ ਹੋ ਜਾਂਦਾ। ਸੰਗਤ ਐਸੀ ਅਸਰ ਰੱਖਦੀ ਹੈ, ਸੰਗਤ ਦਾ ਐਸਾ ਪ੍ਰਭਾਵ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹੈ, ਸਾਕਤ ਸੰਗ ਨਾ ਕੀਜਈ ਪਿਆਰੇ। ਹੇ ਪਿਆਰੇ ਜੀਵ, ਆਪਣੇ ਜੀਵਨ ਦੇ ਅੰਦਰ ਐਸੇ ਪੁਰਸ਼ਾਂ ਦੀ ਸੰਗਤ ਜਿਹੜੀ ਹੈ ਉਹ ਨਾ ਕਰ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਤੇਰੀ ਵਾਹ ਚੱਲਦੀ ਹੈ, ਇੱਥੋਂ ਤੱਕ ਤੇਰੇ ਸਰੀਰ ਦੇ ਸਵਾਸ ਜਿਹੜੇ ਇਹ ਵੀ ਲੇਖੇ ਲੱਗ ਜਾਣ, ਪਰ ਐਸਿਆਂ ਦੀ ਸੰਗਤ ਜਿਹੜੀ ਆਪਣੇ ਜੀਵਨ ਦੇ ਅੰਦਰ ਨਾ ਕਰ। ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੈ ਉੱਠ ਜਾਏ। ਸਤਿਗੁਰੂ ਜੀ ਸਾਕਤ ਦਾ ਲੱਛਣ ਵੀ ਦੱਸ ਦਿੰਦੇ ਅੱਗੇ, ਇਹ ਸਾਕਤ ਕੌਣ ਹੈ? ਜਿਸ ਮਿਲਿਆ ਹਰ ਵਿਸਰੈ ਪਿਆਰੇ। ਹੇ ਪਿਆਰੇ ਜੀਵ, ਜਿਹਨੂੰ ਤੂੰ ਮਿਲਦਾ ਤੇ ਉਹਨੂੰ ਮਿਲਣ ਕਰਕੇ, ਉਹਦੀਆਂ ਵਿਚਾਰਾਂ ਸੁਣ ਕੇ, ਉਹਦੀਆਂ ਗੱਲਾਂ ਸੁਣ ਕੇ ਜੇ ਤੇਰੇ ਅੰਦਰੋਂ ਰੱਬ ਦੇ ਪ੍ਰਤੀ ਸ਼ਰਧਾ, ਪ੍ਰੇਮ ਭਾਵਨਾ ਖਤਮ ਹੋ ਰਹੀ ਹੈ ਤੇ ਸਮਝ ਲਈ ਵੀ ਉਹ ਸਾਕਤ ਹੈ। ਜਿਹਨੂੰ ਮਿਲਣ ਦੇ ਨਾਲ ਰੱਬ ਭੁੱਲ ਜਾਂਦਾ, ਹਰੀ ਪਰਮਾਤਮਾ ਵਿਸਰਦਾ, ਸਤਿਗੁਰੂ ਜੀ ਕਹਿੰਦੇ ਐਸਿਆਂ ਦੀ ਸੰਗਤ ਛੱਡ ਦੇ। ਸੋ ਮੋਹ ਕਾਲੈ ਉੱਠ ਜਾਏ, ਕਿਉਂਕਿ ਐਸੇ ਪੁਰਸ਼ਾਂ ਦਾ ਮੁੱਖ ਜਿਹੜਾ ਉਹ ਲੋਕ ਤੇ ਪ੍ਰਲੋਕ ਦੇ ਅੰਦਰ ਕਾਲਾ ਹੁੰਦਾ। ਆਪਾਂ ਕਹਿੰਦੇ ਹਾਂ ਕਿ ਕਿਸੇ ਦਾ ਮੂੰਹ ਜਿਹੜਾ ਉਹ ਕਾਲਾ ਹੋ ਗਿਆ, ਭਾਵ ਕਿ ਉਹਨੇ ਬਦਨਾਮੀ ਖੱਟੀ ਹੈ, ਉਹਨੇ ਸੰਸਾਰ ਦੇ ਅੰਦਰ ਜਸ ਨਹੀਂ ਖੱਟਿਆ, ਉਹਨੇ ਪਰਮੇਸ਼ਰ ਦੀ ਬੰਦਗੀ ਕਰਕੇ ਆਪਣਾ ਮੁੱਖ ਉਜਲਾ ਨਹੀਂ ਕੀਤਾ। ਨਾਮ ਦੁਆਰਾ ਮੁੱਖ ਉਜਲਾ ਹੋਣਾ, ਬਾਣੀ ਪੜ੍ਹ ਕੇ ਮੁੱਖ ਉਜਲਾ ਹੋਣਾ, ਉਹ ਉਹਨੇ ਪੜ੍ਹੀ ਨਹੀਂ, ਨਾਮ ਜਪਿਆ ਨਹੀਂ, ਮੂੰਹ ਹੀ ਜਿਹੜਾ ਮੁੱਖ ਸੀ ਜਿਹੜਾ ਉਹ ਕਾਲੇ ਦਾ ਕਾਲਾ ਰਹਿ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੋਹ ਕਾਲੈ ਉੱਠ ਜਾਏ। ਜਿਵੇਂ ਉਹ ਆਪਣਾ ਮੁੱਖ ਸੰਸਾਰ ਦੇ ਵਿੱਚੋਂ ਕਾਲਖ ਵਾਲਾ ਲੈ ਕੇ ਜਾਂਦਾ, ਜੇ ਤੂੰ ਸੰਗਤ ਕਰੇਂਗਾ ਐਸਿਆਂ ਪੁਰਸ਼ਾਂ ਦੀ ਤੇ ਤੈਨੂੰ ਵੀ ਇਹ ਲਾਭ ਜਿਹੜਾ, ਤੈਨੂੰ ਵੀ ਇਹ ਸਜ਼ਾ ਜਿਹੜੀ ਹੈ ਉਹ ਮਿਲ ਜਾਏਗੀ। ਮਨ ਮੁਖ ਢੋਈ ਨਹਿ ਮਿਲੈ ਪਿਆਰੇ, ਦਰਗਹਿ ਮਿਲੈ ਸਜਾਏ। ਸਤਿਗੁਰੂ ਜੀ ਕਹਿੰਦੇ ਐਸੇ ਪੁਰਸ਼ਾਂ ਨੂੰ ਫਿਰ ਹੈ ਪਿਆਰੇ ਜੀਵ ਢੋਈ ਨਹਿ ਮਿਲੈ। ਢੋਈ ਨਾਮ ਹੁੰਦਾ ਆਸਰੇ ਦਾ, ਜਿਹੜਾ ਆਸਰਾ ਹੈ ਲੋਕ ਤੇ ਪ੍ਰਲੋਕ ਦੇ ਅੰਦਰ ਐਸੇ ਪੁਰਸ਼ਾਂ ਨੂੰ ਨਹੀਂ ਪ੍ਰਾਪਤ ਹੁੰਦਾ। ਦਰਗਹਿ ਮਿਲੈ ਸਜਾਏ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਜ਼ਾ ਜਿਹੜੀ ਹੈ ਉਹਨੂੰ ਪ੍ਰਾਪਤ ਕਰਦੇ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਜਪਣਾ ਸੀ, ਬੰਦਗੀ ਕਰਨੀ ਸੀ, ਉਹ ਤੇ ਕੀਤੀ ਨਹੀਂ, ਤੇ ਸੰਸਾਰ ਦੇ ਅੰਦਰ ਆ ਕੇ ਉਹ ਕਰਮ ਕੀਤੇ, ਉਹ ਐਸੇ ਵਿਚਾਰ ਸੰਗਤਾਂ ਦੇ ਅੰਦਰ ਲੋਕਾਂ ਦੇ ਮਨਾਂ ਦੇ ਵਿੱਚ ਭਰ ਦਿੱਤੇ, ਜਿਹਦੇ ਕਰਕੇ ਆਪਣਾ ਵੀ ਜੀਵਨ ਜਿਹੜਾ ਉਹ ਕਿਸੇ ਅਰਥੇ ਨਹੀਂ ਹੋਇਆ ਤੇ ਲੋਕ ਤੇ ਪ੍ਰਲੋਕ ਦੇ ਅੰਦਰ ਜਿਹੜੀ ਸਜ਼ਾ ਹੈ ਉਹਨੂੰ ਪ੍ਰਾਪਤ ਕਰਦਾ ਜੀਵ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਲੋਕ ਤੇ ਪ੍ਰਲੋਕ ਦੇ ਅੰਦਰ ਕਿਹਦੀ ਜੈ ਜੈਕਾਰ ਹੁੰਦੀ ਹੈ, ਕਿਹਨੂੰ ਜਸ ਮਿਲਦਾ, ਕਿਹਨੂੰ ਵਡਿਆਈ ਦੀ ਪ੍ਰਾਪਤੀ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤੇ ਤਨ ਦੇ ਅੰਦਰ ਹਰੀ ਪਰਮੇਸ਼ਰ ਵਸਿਆ ਹੋਇਆ, ਪਰਮਾਤਮਾ ਦਾ ਨਾਮ ਵਸਿਆ ਹੋਇਆ, ਐਸਿਆਂ ਦੀ ਲੋਕ ਤੇ ਪ੍ਰਲੋਕ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਸੋਭਾ ਤੇ ਵਡਿਆਈ ਹੁੰਦੀ ਹੈ, ਉਹਨਾਂ ਦਾ ਜਸ ਹੁੰਦਾ ਹੈ। 3 ਮੁਖ ਟਿੱਕੇ ਨਿਕਲ ਹੈ, ਉਹਨਾਂ ਦੇ ਮੱਥੇ ਦੇ ਉੱਤੇ ਜਿਵੇਂ ਸੰਸਾਰ ਦੇ ਅੰਦਰ ਕਿਸੇ ਨੂੰ ਕੋਈ ਮੁਰਾਤਬਾ ਦੇਣਾ ਹੋਵੇ ਤੇ ਟਿੱਕਾ ਲਾਇਆ ਜਾਂਦਾ, ਉਹਦੇ ਮੱਥੇ ਦੇ ਵਿੱਚ ਚੰਦਨ ਦਾ ਕੇਸਰ ਦਾ ਟਿੱਕਾ ਲਾਉਂਦੇ ਆ ਵੀ ਇਹਨੂੰ ਹੁਣ ਕੋਈ ਰੁਤਬਾ ਮਿਲਿਆ। ਉਹਨਾਂ ਨੂੰ ਨਾਮ ਦਾ ਅਭਿਆਸ ਕਰਨ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਜਸ ਦੇ ਟਿੱਕੇ ਮਿਲਦੇ ਆ। ਲੋਕ ਤੇ ਪ੍ਰਲੋਕ ਦੇ ਅੰਦਰ ਉਹਨਾਂ ਦੀ ਜੈ ਜੈਕਾਰ, ਉਹਨਾਂ ਦੀ ਵਡਿਆਈ ਦੇ ਟਿੱਕੇ ਨਿਕਲਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਮੁਖ ਢੋਈ ਨਹਿ ਮਿਲੈ। ਮਨਮੁਖ ਜੀਵ ਨੂੰ ਲੋਕ ਪ੍ਰਲੋਕ ਦੇ ਅੰਦਰ ਆਸਰਾ ਨਹੀਂ ਪ੍ਰਾਪਤ ਹੁੰਦਾ,
ਦਰਗਹ ਮਿਲੈ ਸਜਾਏ। ਤੇ ਦਰਗਾਹ ਦੇ ਅੰਦਰ ਸਜ਼ਾ ਜਿਹੜੀ ਹੈ ਉਸ ਨੂੰ ਭੋਗਦੇ ਹਨ। ਜੋ ਗੁਰ ਮੇਲ ਸਵਾਰਿਆ ਪਿਆਰੇ, ਤਿੰਨਾ ਪੂਰੀ ਪਾਏ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਨਾਲ ਮਿਲ ਜਾਂਦੇ ਹੈ, ਇਹ ਪਿਆਰੇ ਜੀਵ, ਉਹਨਾਂ ਨੂੰ ਸਤਿਗੁਰੂ ਜੀ ਸਵਾਰ ਦਿੰਦੇ ਹੈ, ਉਹਨਾਂ ਦੇ ਜੀਵਨ ਨੂੰ ਸਾਫ਼ ਤੇ ਸੁਥਰਾ ਬਣਾ ਦਿੰਦੇ, ਉਹਨਾਂ ਦੇ ਜੀਵਨ ਦੇ ਅੰਦਰ ਤਬਦੀਲੀ ਲਿਆ ਦਿੰਦੇ। ਸਤਿਗੁਰੂ ਜੀ ਉਹਨਾਂ ਦੇ ਅੰਦਰੋਂ ਔਗਣ ਵਿਕਾਰ ਜਿਹੜੇ ਆ ਸਾਰੇ ਦੂਰ ਕਰ ਦਿੰਦੇ। ਤਿੰਨਾਂ ਪੂਰੀ ਪਾਏ, ਉਹਨਾਂ ਦੀ ਪੂਰੀ ਪੈ ਜਾਂਦੀ ਹੈ। ਜਿਵੇਂ ਆਮ ਪੰਜਾਬੀ ਦਾ ਮੁਹਾਵਰਾ ਕਿ ਫਲਾਣੇ ਦੀ ਤੇ ਪੂਰੀ ਪੈ ਗਈ। ਪੂਰੀ ਪੈਣ ਤੋਂ ਭਾਵ ਕੀ ਹੈ ਕਿ ਉਹਨਾਂ ਦੇ ਸਾਰੇ ਕਰਮ ਧਰਮ, ਜਿੰਨੇ ਵੀ ਦਾਨ ਪੁੰਨ, ਸਭ ਸਫਲੇ ਹੋ ਜਾਂਦੇ। ਜਿੰਨਾ ਉਹ ਨਾਮ ਸਿਮਰਨ ਜਪ ਤਪ ਬੰਦਗੀ ਕਰਦੇ ਆ, ਸਾਰੀ ਸਫਲੀ ਹੋ ਜਾਂਦੀ ਹੈ। ਕਿਉਂਕਿ ਉਹਨਾਂ ਨੇ ਗੁਰੂ ਦਾ ਆਸਰਾ ਲੈ ਕੇ ਜਿਹੜਾ ਵੀ ਕੋਈ ਕਰਮ ਕੀਤਾ, ਸਤਿਗੁਰਾਂ ਦੀ ਆਗਿਆ ਲੈ ਕੇ, ਸਤਿਗੁਰਾਂ ਦੀ ਪਾਵਨ ਬਾਣੀ ਦੇ ਅਨੁਸਾਰ, ਪਾਵਨ ਬਾਣੀ ਦੇ ਉਪਦੇਸ਼ਾਂ ਦੇ ਅਨੁਸਾਰ ਜਿਨ੍ਹਾਂ ਨੇ ਆਪਣਾ ਜੀਵਨ ਬਸਰ ਕੀਤਾ, ਉਹਨਾਂ ਦਾ ਜੀਵਨ ਸਵਰ ਵੀ ਗਿਆ, ਸਾਫ਼ ਤੇ ਸੁੰਦਰ ਜੀਵਨ ਬਣ ਗਿਆ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਲੋਕ ਤੇ ਪਰਲੋਕ ਦੇ ਅੰਦਰ ਪੂਰੀ ਪੈ ਗਈ, ਭਾਵ ਕਿ ਪਰਮੇਸ਼ਰ ਦੇ ਨਾਲ ਬਣ ਆਈ ਹੈ। ਸੰਜਮ ਸਹਿਸ ਸਿਆਣਪਾ ਪਿਆਰੇ, ਇੱਕ ਨਾ ਚੱਲੀ ਨਾਲ। ਸਤਿਗੁਰੂ ਜੀ ਅੱਗੇ ਬਚਨ ਕਰਦੇ ਹਨ, ਹੇ ਪਿਆਰੇ ਜੀਵ, ਇਹ ਸੰਸਾਰ ਦੇ ਅੰਦਰ ਬੜੇ ਲੋਕ ਜਿਹੜੇ ਆ ਸੰਜਮ ਕਰਦੇ ਆ। ਸੰਜਮ ਤੋਂ ਭਾਵ ਕੀ ਹੈ ਕਿ ਕੋਈ ਨਿਯਮ ਬਣਾ ਲੈਣਾ, ਕਿ ਸੰਸਾਰ ਦੇ ਅੰਦਰ ਪੁਰਾਤਨ ਸਮੇਂ ਤੋਂ ਰਿਸ਼ੀ ਮੁਨੀ ਇਹ ਸੰਜਮ ਰੱਖਦੇ ਆਏ। ਆਪਣੀਆਂ ਇੰਦਰੀਆਂ ਦਾ ਦਮਨ ਕਰ ਦੇਣਾ। ਇਸੇ ਪ੍ਰਕਾਰ ਹੀ ਸਰੀਰ ਤੇ ਵਸਤਰ ਨਹੀਂ ਪਾਉਣੇ, ਇਹ ਨਿਯਮ ਬਣਾ ਲੈਣਾ। ਪੈਰਾਂ ਦੇ ਅੰਦਰ ਜੋੜਾ ਨਹੀਂ ਪਾਉਣਾ, ਇਹ ਨਿਯਮ ਬਣਾ ਲੈਣਾ। ਇਸੇ ਪ੍ਰਕਾਰ ਹੀ ਹੋਰ, ਤੇ ਇਹਨਾਂ ਦੇ ਵਿੱਚ ਹੀ ਪਰਮੇਸ਼ਰ ਦੀ ਪ੍ਰਾਪਤੀ ਸਮਝਣੀ ਵੀ ਅਸੀਂ ਜੇ ਇਹ ਕਰ ਲਿਆ ਤੇ ਸਾਨੂੰ ਰੱਬ ਮਿਲ ਜਾਊ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਤੇ ਇਹਦਾ ਫਿਰ ਮਾਣ ਕਰਨਾ, ਹੰਕਾਰ ਕਰਨਾ ਕਿ ਅਸੀਂ ਤੇ ਜੀ ਇੰਦਰੀਆਂ ਦਾ ਦਮਨ ਕੀਤਾ, ਤਨ ਤੇ ਕੱਪੜਾ ਨਹੀਂ ਪਾਇਆ, ਅਸੀਂ ਆਪਣਾ ਸਾਰਾ ਜੀਵਨ ਇੱਦਾਂ ਬਤੀਤ ਕੀਤਾ ਤੇ ਪਰਮੇਸ਼ਰ ਦੀ ਭਗਤੀ ਕੀਤੀ ਨਹੀਂ, ਸੇਵਾ ਸਿਮਰਨ ਕੀਤਾ ਨਹੀਂ, ਕੇਵਲ ਤੇ ਕੇਵਲ ਇਕੱਲਾ ਕਰਮ ਕਰ ਲਿਆ। ਸਤਿਗੁਰੂ ਜੀ ਕਹਿੰਦੇ ਐਸੇ ਸੰਜਮ ਸਹਿਸ ਸਿਆਣਪਾਂ। ਫਿਰ ਕਿਸੇ ਨੇ ਵਿਦਿਆ ਜਿਹੜੀ ਉਹਨੂੰ ਪੜ੍ਹਿਆ, ਸਿਆਣਪਾਂ ਬੜੀਆਂ ਇਕੱਠੀਆਂ ਕੀਤੀਆਂ, ਹਜ਼ਾਰਾਂ, ਸਹਿਸ ਦਾ ਅਰਥ ਹਜ਼ਾਰਾਂ, ਹਜ਼ਾਰਾਂ ਹੀ ਸਿਆਣਪਾਂ ਜਿਹੜੀਆਂ ਉਹਨਾਂ ਨੂੰ ਇਕੱਠਿਆਂ ਕੀਤਾ, ਬੜੀ ਵਿਦਿਆ ਪੜ੍ਹੀ, ਇੱਕ ਨਾ ਚੱਲੀ ਨਾਲ। ਪਰ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਦੇ ਸਾਹਮਣੇ ਇੱਕ ਵੀ ਨਹੀਂ ਚੱਲਦੀ। ਜਦੋਂ ਜਮਦੂਤ ਆਉਂਦੇ ਹੈ, ਜਮਾਂ ਦਾ ਸਿਰ ਦੇ ਉੱਤੇ ਡੰਡਾ ਵੱਜਦਾ, ਉੱਥੇ ਸਿਆਣਪ ਕੰਮ ਨਹੀਂ ਆਉਂਦੀ, ਉੱਥੇ ਨਾਮ ਕੰਮ ਆਉਂਦਾ। ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਬਹੁਤੀਆਂ ਸਿਆਣਪਾਂ ਕਰਕੇ ਜਮਾਂ ਦਾ ਡਰ ਜਿਹੜਾ ਉਹ ਬਣਿਆ ਹੀ ਰਹਿੰਦਾ, ਖਤਮ ਨਹੀਂ ਹੁੰਦਾ। ਜਮਦੂਤ ਨਹੀਂ ਇਹ ਗੱਲ ਕਹਿੰਦੇ ਵੀ ਤੂੰ ਇੰਨਾ ਕੁਝ ਪੜ੍ਹਿਆ ਤੇ ਤੈਨੂੰ ਪ੍ਰਲੋਕ ਦੇ ਅੰਦਰ ਸੁੱਖ ਮਿਲੇਗਾ। ਉਹ ਤੇ ਨਾਮ ਦੁਆਰਾ, ਭਗਤੀ ਦੁਆਰਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਸਭਨਾ ਕਾ ਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ। ਲੇਖਾ ਸਭ ਦਾ ਹੀ ਹੁੰਦਾ। ਸੰਜਮ ਰੱਖਣ ਵਾਲਿਆਂ ਦਾ, ਇਸੇ ਤਰ੍ਹਾਂ ਦੀਆਂ ਵਿਚਾਰਾਂ ਇਕੱਠੀਆਂ ਕਰਨ ਵਾਲਿਆਂ ਦਾ, ਪਰ ਛੁੱਟਦੇ ਉਹ ਹੈ ਨਾਮ ਸੁਹਾਵਣੇ, ਜਿਨ੍ਹਾਂ ਦੇ ਪੱਲੇ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਹੈ। ਕਿਉਂਕਿ ਜੇ ਆਪਾਂ ਕੋਈ ਸੰਜਮ ਰੱਖਣੇ ਹੈ ਤੇ ਉਹ ਵੀ ਇਸ ਕਰਕੇ ਰੱਖਣੇ ਆ ਕਿ ਅਸੀਂ ਨਾਮ ਦੇ ਵਿੱਚ ਵੱਧ ਜੁੜ ਸਕੀਏ, ਅਸੀਂ ਸਿਮਰਨ ਦੇ ਵਾਲੇ ਪਾਸੇ ਵੱਧ ਤੁਰ ਸਕੀਏ, ਇੱਦਾਂ ਦੇ ਸੰਜਮ ਰੱਖਣੇ। ਜੇ ਆਪਾਂ ਕੋਈ ਸਿਆਣਪਾਂ ਵਿਚਾਰਾਂ ਪੜ੍ਹਨੀਆਂ, ਵਿਦਿਆ ਪੜ੍ਹਨੀ, ਤੇ ਉਹ ਵੀ ਇੱਦਾਂ ਦੀ ਜਿਹਦੇ ਦੁਆਰਾ ਸਾਡੇ ਮਨ ਦੇ ਵਿੱਚ ਨਾਮ ਪ੍ਰਤੀ ਸ਼ਰਧਾ ਤੇ ਪ੍ਰੇਮ ਭਾਵਨਾ ਪੈਦਾ ਹੋਵੇ, ਜਿਹਨੂੰ ਪੜ੍ਹ ਕੇ, ਜਿਹੜੀਆਂ ਵਿਚਾਰਾਂ ਨੂੰ ਸੁਣ ਕੇ ਸਾਡੇ ਅੰਦਰ ਨਾਮ ਜਪਣ ਦੇ ਲਈ ਚਾਹਨਾ ਪੈਦਾ ਹੋਵੇ, ਇੱਛਾ ਪੈਦਾ ਹੋਵੇ, ਉਹ ਵਿਚਾਰਾਂ ਪੜ੍ਹਨੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਦਾਂ ਕਰਨ ਦੇ ਨਾਲ ਇੱਕ ਨਾ ਚੱਲੀ ਨਾਲ,
ਕੇਵਲ ਇਕੱਲੇ ਸੰਜਮ ਕਰਮ ਧਰਮ ਤੇ ਸਿਆਣਪਾਂ ਜਿਹੜੀਆਂ ਇੱਕ ਵੀ ਨਾਲ ਨਹੀਂ ਚੱਲਦੀ। ਜਿਉ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲਾਗੈ ਗਾਲ। ਸਤਿਗੁਰੂ ਜੀ ਕਹਿੰਦੇ, ਹੇ ਪਿਆਰੇ ਜੀਵ, ਜਿਹੜੇ ਗੋਬਿੰਦ ਪਰਮੇਸ਼ਰ ਤੋਂ ਬੇਮੁਖ ਹਨ, ਜਿਹੜੇ ਪਰਮਾਤਮਾ ਤੋਂ ਬੇਮੁਖ ਹੋ ਗਏ, ਨਾਮ ਨਹੀਂ ਜਪਦੇ, ਆਪਣੇ ਜੀਵਨ ਦੇ ਅੰਦਰ ਜਿਸ ਪਰਮੇਸ਼ਰ ਨੇ ਇਹ ਸਰੀਰ ਦੇ ਕੇ ਭੇਜਿਆ ਧਰਤੀ ਤੇ, ਉਹਦਾ ਹੀ ਚਿੰਤਨ ਨਹੀਂ ਕਰਦੇ, ਤਿੰਨ ਕੁਲ ਲਾਗੈ ਗਾਲ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਤੇ ਕੁਲ ਜਿਹੜੀ ਹੈ ਉਹਨੂੰ ਵੀ ਉਹ ਜਿਹੜੀ ਬਦਨਾਮੀ ਉਹ ਮਿਲਦੀ ਹੈ, ਗਾਲ ਲੱਗਦੀ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬੰਝਾ। ਸਤਿਗੁਰਾਂ ਨੇ ਬੜੇ ਕਰੜੇ ਸ਼ਬਦਾਂ ਦੇ ਅੰਦਰ ਵੀ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ, ਕਿਉਂਕਿ ਜਿੰਨਾ ਇਹ ਸੰਸਾਰ ਹੈ ਸਭ ਉਹ ਪਰਮੇਸ਼ਰ ਦੇ ਬੱਚੇ ਹੈ, ਆਪਾਂ ਸਾਰੇ ਉਹ ਪਰਮਾਤਮਾ ਦੇ ਬੱਚੇ ਹੈ। ਅਤੇ ਜਿਵੇਂ ਬੱਚਿਆਂ ਨੂੰ ਉਪਦੇਸ਼ ਮਾਤਾ ਪਿਤਾ ਕਰਦਾ, ਪਿਆਰ ਦੇ ਨਾਲ ਵੀ ਕਰਦਾ, ਲਾਡ ਦੇ ਨਾਲ ਵੀ ਕਰਦਾ, ਸਖਤੀ ਦੇ ਨਾਲ ਵੀ ਕਰਦਾ, ਤਾੜਨਾ ਦੇ ਨਾਲ ਵੀ, ਇਸ ਪ੍ਰਕਾਰ ਹੀ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਸਾਰੇ ਤਰੀਕਿਆਂ ਦੇ ਨਾਲ ਹੀ ਉਪਦੇਸ਼ ਦਿੱਤੇ ਹੋਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤਿੰਨ ਕੁਲ ਲਾਗੈ ਗਾਲ। ਹੇ ਭਾਈ, ਹੇ ਪਿਆਰੇ ਜੀਵ, ਉਹਨਾਂ ਦੀ ਕੁਲਾਂ ਤੱਕ ਉਹ ਜਿਹੜੀ ਕਲੰਕ ਹੈ ਉਹ ਲੱਗ ਜਾਂਦਾ ਹੈ ਕਿ ਇਹਨਾਂ ਦੇ ਜੀਵਨ ਦੇ ਅੰਦਰ, ਇਹ ਸਾਰੀ ਕੁਲ ਦੇ ਅੰਦਰ ਹੀ ਕਿਸੇ ਨੇ ਨਾਮ ਨਹੀਂ ਜਪਿਆ। ਜਿਵੇਂ ਭਗਤਾਂ ਦੇ ਬਚਨ ਆਉਂਦੇ ਹਨ ਕਿ ਜਿਸ ਕੁਲ ਦੇ ਅੰਦਰ ਕੋਈ ਰੱਬ ਦੀ ਬੰਦਗੀ ਵਾਲਾ, ਸੇਵਾ ਸਿਮਰਨ ਵਾਲਾ ਹੀ ਨਹੀਂ ਪੈਦਾ ਹੋ ਰਿਹਾ। ਅਤੇ ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਵੇਂ ਕੋਈ ਇੱਕ ਬੰਦਗੀ ਵਾਲਾ ਹੋਵੇ ਅਤੇ ਆਪਾਂ ਕਹਿੰਦੇ ਹਾਂ ਵੀ ਕੁਲਾਂ ਤਰ ਜਾਂਦੀਆਂ, ਐਸਾ ਨਾਮ ਦਾ ਮਹੱਤਵ ਵੀ ਹੈ, ਨਾਮ ਜਪਣ ਦਾ ਐਡਾ ਲਾਭ ਵੀ ਹੈ। ਭਗਤ ਜਨਾ ਕੇ ਇੱਕ ਹੀ ਕੁਲ ਉਦਾਰੇ, ਕਿ ਜੇ ਕੋਈ ਭਗਤ ਪ੍ਰਹਿਲਾਦ ਜੀ ਨੇ ਬੰਦਗੀ ਕੀਤੀ ਅਤੇ ਕਿੱਡਾ ਦੁਸ਼ਟ ਹਰਨਾਕਸ਼ ਸੀ, ਉਹਦਾ ਵੀ ਭਲਾ ਹੋ ਗਿਆ। ਇੱਥੋਂ ਤੱਕ ਕਿ ਉਹ ਦੈਂਤਾਂ ਦਾ ਘਰ ਸੀ, ਦੈਂਤ ਰਾਕਸ਼ਸ ਜਿਹੜੇ ਹੁੰਦੇ ਆ ਉਹਨਾਂ ਦੀ ਕੁਲ ਦੇ ਵਿੱਚੋਂ ਸੀ ਭਗਤ ਪ੍ਰਹਿਲਾਦ ਜੀ, ਪਰ ਉਹਨਾਂ ਨੇ ਨਾਮ ਜਪਿਆ ਅਤੇ ਉਹ ਰਾਕਸ਼ਸ ਬੁੱਧੀ ਵਾਲੇ, ਦੈਂਤ ਬੁੱਧੀ ਵਾਲੇ ਵੀ ਤਰ ਗਏ, ਕੁਲਾਂ ਹੀ ਤਰ ਗਈਆਂ। ਅਤੇ ਦੂਸਰੇ ਬੰਨੇ ਸਤਿਗੁਰੂ ਜੀ ਕਹਿੰਦੇ ਜਿਹੜਾ ਕੋਈ ਸਾਕਤ ਹੁੰਦਾ ਅਤੇ ਫਿਰ ਉਹ ਉੱਧਰਲੇ ਪਾਸੇ ਵੀ ਉੱਥੋਂ ਤੱਕ ਹੀ ਜਿਹੜਾ ਅਸਰ ਉਹਦਾ ਜਾਂਦਾ ਹੈ। ਹੋਦੀ ਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ। ਸਤਿਗੁਰੂ ਜੀ ਕਹਿੰਦੇ, ਹੇ ਪਿਆਰੇ ਜੀਵ, ਜਿਹੜੀ ਹੋਂਦ ਵਾਲੀ ਵਸਤੂ ਸੀ, ਜਿਹੜੀ ਸਦਾ ਕਣ ਕਣ ਦੇ ਅੰਦਰ ਜਿਹਦੀ ਹੋਂਦ ਹੈ, ਜਿਹਦੀ ਸੱਤਾ ਹੈ, ਜਿਹਦੀ ਹੋਂਦ ਦੁਆਰਾ ਤੇਰਾ ਸਰੀਰ ਚੱਲ ਰਿਹਾ, ਕੰਮ ਕਰ ਰਿਹਾ, ਸਭ ਥਾਵਾਂ 'ਤੇ ਜਿਹਦੀ ਹਸਤੀ ਹੈ, ਉਸ ਵਸਤੂ ਨੂੰ, ਉਸ ਬ੍ਰਹਮ ਨੂੰ ਤੂੰ ਨਹੀਂ ਜਾਤਾ, ਉਹਨੂੰ ਪਛਾਣਿਆ ਨਹੀਂ। ਕੂੜ ਨਾ ਚੱਲੀ ਨਾਲ। ਅਤੇ ਜਿਹੜਾ ਝੂਠ ਸੀ ਉਹਨੂੰ ਆਪਣੇ ਜੀਵਨ ਦੇ ਅੰਦਰ ਇਕੱਠਿਆਂ ਕਰਦਾ ਰਿਹਾ ਅਤੇ ਉਹ ਨਾਲ ਨਹੀਂ ਤੁਰਿਆ, ਕਿਉਂਕਿ ਝੂਠ ਦੇ ਇਸੇ ਕਰਕੇ ਸਿਆਣੇ ਕਹਿੰਦੇ ਵੀ ਝੂਠ ਦੇ ਪੈਰ ਨਹੀਂ ਹੁੰਦੇ, ਇਹ ਚੱਲਦਾ ਨਹੀਂ ਨਾਲ। ਇਸੇ ਕਰਕੇ ਕਹਿੰਦੇ ਸੱਚ ਜਿਹੜਾ ਹੁੰਦਾ ਉਹ ਸਦੀਵੀ ਰਹਿੰਦਾ, ਉਹ ਅਟੱਲ ਹੁੰਦਾ, ਉਹ ਤਿੰਨੇ ਕਾਲਾਂ ਦੇ ਅੰਦਰ ਹੀ ਰਹਿੰਦਾ। ਝੂਠ ਜਿਹੜਾ ਉਹ ਤੇ ਅੱਜ ਹੋਰ ਹੈ, ਭਲਕੇ ਹੋਰ ਹੈ, ਬਦਲਦਾ ਬਦਲਦਾ ਬੜੇ ਰੂਪ ਬਣਾ ਜਾਂਦਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਉਹ ਅਸਲੀ ਹੋਂਦ ਵਾਲੀ ਜਿਹੜੀ ਵਸਤੂ ਸੀ, ਸੱਚ ਸਰੂਪ ਜੋ ਪਰਮੇਸ਼ਰ ਸੀ, ਉਹਦਾ ਪਛਾਣ ਨਾਮ ਦੁਆਰਾ, ਗੁਰੂ ਦੁਆਰਾ ਨਹੀਂ ਕੀਤੀ ਅਤੇ ਝੂਠ ਨੂੰ ਆਸਰਾ ਬਣਾ ਕੇ ਚੱਲਿਆ, ਅਤੇ ਉਹ ਝੂਠ ਸੀ ਜਿਹੜਾ ਫਿਰ ਜੀਵਨ ਦੇ ਅੰਦਰ ਨਾਲ ਨਹੀਂ ਚੱਲਿਆ। ਸਤਿਗੁਰ ਜਿਨ੍ਹਾਂ ਮਿਲਾਏ ਓਣ ਪਿਆਰੇ ਸਾਚਾ ਨਾਮ ਸੰਭਾਲ। ਸਤਿਗੁਰੂ ਜੀ ਕਹਿੰਦੇ, ਹੇ ਪਿਆਰੇ ਜੀਵ, ਜਿਨ੍ਹਾਂ ਨੂੰ ਸੱਚਾ ਸਤਿਗੁਰੂ ਮਿਲ ਪੈਂਦਾ ਹੈ ਉਹ ਫਿਰ ਸੱਚੇ ਨਾਮ ਦੀ ਸੰਭਾਲ ਕਰਦੇ, ਕਿਉਂਕਿ ਸਤਿਗੁਰੂ ਜੀ ਨਾਮ ਦਾ ਉਪਦੇਸ਼ ਬਖਸ਼ਿਸ਼ ਕਰਦੇ। ਅਤੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੁਆਰਾ ਥਾਂ ਥਾਂ 'ਤੇ ਨਾਮ ਦੀ ਮਹਿਮਾ ਹੈ। ਸਾਰੀ ਪਾਵਨ ਗੁਰਬਾਣੀ ਦੇ ਅੰਦਰ ਨਾਮ ਦਾ ਉਪਦੇਸ਼ ਹੈ ਕਿ ਨਾਮ ਜਪੋ ਮੇਰੇ ਸਾਜਨ ਸੈਨਾ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਥਾਂ ਥਾਂ 'ਤੇ ਸਤਿਗੁਰੂ ਜੀ ਨਾਮ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਨਾਮ ਜਪੋ। ਕਲਯੁਗ ਦੇ ਸਮੇਂ ਦੇ ਅੰਦਰ ਸਭ ਤੋਂ ਉੱਤਮ ਸਾਧਨ ਨਾਮ ਦਾ ਹੈ। ਨਾਮ ਪੰਜਾਂ ਪਿਆਰਿਆਂ ਤੋਂ ਸਾਨੂੰ ਪ੍ਰਾਪਤ ਹੁੰਦਾ। ਗੁਰ ਮੰਤਰ, ਮੂਲ ਮੰਤਰ ਦਾ ਅਭਿਆਸ ਕਰਨਾ, ਇਹਨੂੰ ਜਪਦਿਆਂ ਰਹਿਣਾ,
ਇਹਨੂੰ ਅੰਮ੍ਰਿਤ ਵੇਲੇ ਉੱਠ ਕੇ ਜਪਣਾ, ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਆਪਣੇ ਮਨ ਦੁਆਰਾ, ਚਿੱਤ ਦੀ ਚਿਤਵਣੀ ਦੁਆਰਾ ਇਹਨੂੰ ਜਪਦਿਆਂ ਰਹਿਣਾ, ਇਹਦੀ ਸੰਭਾਲ ਕਰਦੇ ਰਹਿਣਾ। ਕਿਉਂਕਿ ਨਾਮ ਦੀ ਸੰਭਾਲ ਕਰਨ ਤੋਂ ਭਾਵ ਕੀ ਹੈ ਕਿ ਆਪਾਂ ਉਹਦੇ ਵਿੱਚ ਜੁੜੇ ਰਹੀਏ, ਉਹਨੂੰ ਯਾਦ ਕਰਦੇ ਰਹੀਏ। ਜੇ ਆਪਾਂ ਆਪਣੇ ਜੀਵਨ ਦੇ ਅੰਦਰ ਨਾਮ ਦੀ ਸੰਭਾਲ ਕਰਾਂਗੇ ਤੇ ਨਾਮ ਨੇ ਸਾਡੀ ਸੰਭਾਲ ਕਰ ਦੇਣੀ ਹੈ। ਲੋਕ ਤੇ ਪਰਲੋਕ ਦੇ ਅੰਦਰ ਸਾਨੂੰ ਸਾਂਭ ਲੈਣਾ, ਕਿਉਂਕਿ ਨਾਮ ਹੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਲੋਕ ਤੇ ਪਰਲੋਕ ਦੇ ਅੰਦਰ ਸਹਾਈ ਹੁੰਦਾ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਕਿ ਜਿਹ ਮਾਰਗ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਡੈ ਮਹਾ ਅੰਧ ਗੁਬਾਰੀ, ਹਰ ਕਾ ਨਾਮ ਤਹ ਸੰਗ ਉਜਿਆਰੀ। ਜਿਸ ਰਸਤੇ ਦੇ ਕੋਹ ਨਹੀਂ ਗਿਣੇ ਜਾਂਦੇ, ਪੈਂਡਾ ਨਹੀਂ ਗਿਣਿਆ ਜਾਂਦਾ, ਉੱਥੇ ਪਰਮੇਸ਼ਰ ਦਾ ਨਾਮ ਇਹ ਭੋਜਨ ਬਣਦਾ, ਇਹ ਖੁਰਾਕ ਬਣਦਾ। ਜਿਸ ਰਸਤੇ ਦੇ ਉੱਤੇ ਘੁੱਪ ਹਨੇਰਾ ਹੁੰਦਾ, ਦਿਸਦਾ ਕੁਝ ਨਹੀਂ, ਉੱਥੇ ਪਰਮੇਸ਼ਰ ਦਾ ਨਾਮ ਰੌਸ਼ਨੀ ਬਣਦਾ। ਜਿਸ ਥਾਂ 'ਤੇ ਜਾ ਕੇ ਸਾਡਾ ਕੋਈ ਮਾਈ ਭਾਈ ਭੈਣ ਭਰਾ ਮਾਤਾ ਪਿਤਾ ਕੋਈ ਸਹਾਇਤਾ ਨਹੀਂ ਕਰਦਾ, ਉੱਥੇ ਪਰਮੇਸ਼ਰ ਦਾ ਨਾਮ ਸਹਾਈ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ, ਸਾਚਾ ਨਾਮ ਸੰਭਾਲ, ਉਹ ਸੱਚੇ ਨਾਮ ਨੂੰ ਸੰਭਾਲਦੇ ਹਨ। ਸਤ ਸੰਤੋਖ ਗਿਆਨ ਧਿਆਨ ਪਿਆਰੇ, ਜਿਸਨੂੰ ਨਦਰ ਕਰੇ। ਸਤਿਗੁਰੂ ਜੀ ਬਚਨ ਕਰਦੇ ਹਨ, ਹੇ ਪਿਆਰੇ ਜੀਵ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਆਪਣੀ ਨਦਰ ਕਰ ਦਿੰਦਾ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਨਿਗਾਹ ਹੋ ਜਾਂਦੀ ਹੈ। ਸਤ ਸੰਤੋਖ, ਸੱਤ ਕਿਹੜਾ ਕਿ ਸੱਚੇ ਬਚਨ ਬੋਲਣੇ, ਹਰ ਸਮੇਂ ਸੱਚ ਦੇ ਨਾਲ ਖੜਨਾ, ਸੱਚ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ। ਸੰਤੋਖ ਫਿਰ ਜਿਹੜਾ ਮਨ ਦੇ ਅੰਦਰ ਸੰਤੋਸ਼ ਰੱਖਣਾ, ਕਿ ਜਥਾ ਲੱਭਾ ਤਥਾ ਸੰਤੁਸ਼ਟਾ, ਕਿ ਜੋ ਕਰਮਾਂ ਦੇ ਅਨੁਸਾਰ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਤ੍ਰਿਪਤ ਰਹਿਣਾ, ਪ੍ਰਸੰਨ ਰਹਿਣਾ, ਇਹ ਸੰਤੋਖ ਹੈ। ਇਸੇ ਤਰ੍ਹਾਂ ਹੀ ਫਿਰ ਗਿਆਨ, ਜੋ ਨਿਰਗੁਣ ਸਰੂਪ ਪਰਮੇਸ਼ਰ ਦਾ ਗਿਆਨ ਤੇ ਸਰਗੁਣ ਦਾ ਧਿਆਨ। ਧਿਆਨ ਕੀ ਹੈ ਕਿ 10 ਪਾਤਸ਼ਾਹੀਆਂ ਸਰਗੁਣ ਰੂਪ ਹੋਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਤਿਗੁਰਾਂ ਦੇ ਜੀਵਨ ਕੌਤਕਾਂ ਨੂੰ ਯਾਦ ਕਰਨਾ, ਉਹਨਾਂ ਦੇ ਉਪਦੇਸ਼ਾਂ ਨੂੰ, ਸਤਿਗੁਰਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨਾ, ਉਹਨਾਂ ਦੇ ਦਿੱਤੇ ਹੋਏ ਸਿਧਾਂਤ ਨੂੰ ਯਾਦ ਕਰਨਾ, ਇਹ ਧਿਆਨ ਹੈ ਸਰਗੁਣ ਦਾ। ਇਸੇ ਪ੍ਰਕਾਰ ਹੀ ਫਿਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਪੜ੍ਹ ਕੇ, ਸ਼ਬਦਾਂ ਦੀ ਵਿਚਾਰ ਨੂੰ ਸੁਣ ਕੇ, ਜੋ ਪ੍ਰਮਾਤਮਾ ਚੱਕਰ ਚਿਹਨ ਤੋਂ ਰਹਿਤ ਹੈ, ਸਾਡੇ ਅੰਦਰ ਆਤਮਾ ਰੂਪ ਹੋ ਕੇ ਜਿਹੜਾ ਬੈਠਾ ਹੋਇਆ, ਉਹਦਾ ਫਿਰ ਗਿਆਨ, ਜਿਹਨੂੰ ਅਨੁਭਵੀ ਗਿਆਨ ਕਹਿੰਦੇ ਆ, ਉਹ ਗਿਆਨ ਜਿਹੜਾ ਨਾ ਤੇ ਅਕਲ ਦੁਆਰਾ ਪ੍ਰਾਪਤ ਹੁੰਦਾ, ਨਾ ਗ੍ਰੰਥਾਂ ਦੁਆਰਾ ਪ੍ਰਾਪਤ ਹੁੰਦਾ, ਉਹ ਗਿਆਨ ਜਿਹੜਾ ਨਿਰਗੁਣ ਦਾ, ਉਹਦੀ ਪ੍ਰਾਪਤੀ ਤੇ ਸਰਗੁਣ ਦਾ ਧਿਆਨ, ਸਤ ਸਿਤ ਸੰਤੋਖ, ਇਹ ਸਭ ਚੀਜ਼ਾਂ ਜਦੋਂ ਪਰਮੇਸ਼ਰ ਦੀ ਨਦਰ ਹੁੰਦੀ ਹੈ, ਉਹਦੀ ਨਦਰ ਸਵੱਲੀ ਹੁੰਦੀ ਹੈ ਤੇ ਪ੍ਰਾਪਤ ਹੁੰਦੀਆਂ ਹਨ। ਅਨ ਦਿਨ ਕੀਰਤਨ ਗੁਣ ਰਵੈ ਪਿਆਰੇ, ਅੰਮ੍ਰਿਤ ਪੂਰ ਭਰੇ। ਸਤਿਗੁਰੂ ਜੀ ਕਹਿੰਦੇ, ਹੇ ਪਿਆਰੇ ਜੀ, ਫਿਰ ਉਹ ਦਿਨੇ ਰਾਤ ਪਰਮੇਸ਼ਰ ਦੇ ਕੀਰਤਨ ਦੇ ਵਿੱਚ, ਕੀਰਤਨ ਦਾ ਅਰਥ ਹੈ ਜਸ ਕਰਨਾ, ਕੀਰਤੀ ਕਰਨੀ, ਵਡਿਆਈ ਕਰਨੀ, ਇਹ ਕਰਨ ਦੇ ਵਿੱਚ ਤੇ ਗੁਣ ਰਵੈ, ਪ੍ਰਮਾਤਮਾ ਦੇ ਗੁਣ ਗਾਉਣ ਦੇ ਵਿੱਚ ਦਿਨੇ ਰਾਤ ਲੱਗੇ ਰਹਿੰਦੇ ਹਨ। ਅੰਮ੍ਰਿਤ ਪੂਰ ਭਰੇ, ਤੇ ਅੰਮ੍ਰਿਤ ਨਾਮ ਕਰਕੇ ਉਹਨਾਂ ਦਾ ਮਨ ਤੇ ਤਨ ਜਿਹੜਾ ਉਹ ਭਰਿਆ ਰਹਿੰਦਾ ਹੈ। ਦੁੱਖ ਸਾਗਰ ਤਿਨ ਲੰਘਿਆ ਪਿਆਰੇ, ਭਵਜਲ ਪਾਰ ਪਰੇ। ਸਤਿਗੁਰੂ ਜੀ ਕਹਿੰਦੇ ਦੁੱਖਾਂ ਦਾ ਸਮੁੰਦਰ ਜਿਹੜਾ ਸੰਸਾਰ ਹੈ, ਉਹਨਾਂ ਨੇ ਲੰਘ ਲਿਆ। ਹੇ ਪਿਆਰੇ ਜੀਵ, ਇਹਦੇ ਤੋਂ ਪਾਰ ਲੰਘ ਗਏ ਹੈ। ਭਵਜਲ ਪਾਰ ਪਰੇ, ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜਿਵੇਂ ਸਮੁੰਦਰਾਂ ਤੋਂ ਪਾਰ ਹੋਣ ਵਾਸਤੇ ਜਹਾਜ਼ਾਂ ਦੀ, ਬੇੜਿਆਂ ਦੀ ਲੋੜ ਪੈਂਦੀ ਹੈ, ਇਸੇ ਪ੍ਰਕਾਰ ਹੀ ਪਰਮੇਸ਼ਰ ਦਾ ਨਾਮ ਜਹਾਜ਼ ਦੇ ਵਾਂਗ ਹੈ। ਜਿੰਨਾ ਚਿਰ ਨਾਮ ਨਹੀਂ ਜਪਦੇ, ਉਹਨਾਂ ਚਿਰ ਸਮੁੰਦਰ ਵਾਂਗੂ ਜਿਹੜਾ ਇਹ ਸੰਸਾਰ ਲੱਗਦਾ ਕਿ ਬੜਾ ਔਖਾ ਹੈ, ਬੜਾ ਕਠਿਨ ਹੈ ਤਰਨਾ। ਪਰ ਜਦੋਂ ਕੋਈ ਨਾਮ ਦੇ ਆਸਰੇ ਹੋ ਜਾਂਦਾ, ਪਰਮੇਸ਼ਰ ਦੀ ਬੰਦਗੀ ਆਸਰੇ ਹੋ ਜਾਂਦਾ, ਫਿਰ ਉਹ ਸੌਖਾ ਹੀ ਤਰ ਜਾਂਦਾ। ਜਿਵੇਂ ਧਾਰਮਿਕ ਵਿਦਵਾਨਾਂ ਨੇ ਬਚਨ ਲਿਖੇ ਹਨ, ਤਾਂ ਬਿਨ ਜਾਨਤ ਸਿੰਧ ਸੋ ਲਾਗਤ, ਜਾਨਤ ਗੋਪਦ ਤੁਲ ਤਰੇ ਹੈ। ਅਧਿਆਤਮ ਪ੍ਰਕਾਸ਼ ਗ੍ਰੰਥ ਦੇ ਅੰਦਰ ਇਹ ਬਚਨ ਆਉਂਦੇ ਹਨ
ਕਿ ਜਿੰਨਾ ਚਿਰ ਉਹ ਪਰਮੇਸ਼ਰ ਦੀ ਬੰਦਗੀ ਨਹੀਂ, ਨਾਮ ਸਿਮਰਨ ਨਹੀਂ, ਸੰਸਾਰ ਇੱਕ ਸਮੁੰਦਰ ਵਾਂਗੂ ਲੱਗਦਾ ਕਿ ਬੜਾ ਔਖਾ ਤਰਨਾ ਇਹਦੇ ਅੰਦਰ, ਬੜਾ ਕਠਿਨ ਹੈ। ਪਰ ਜਦੋਂ ਕਹਿੰਦੇ ਕੋਈ ਪਰਮੇਸ਼ਰ ਆਪਣੀ ਕਿਰਪਾ ਕਰਦਾ, ਸਤਿਗੁਰੂ ਜੀ ਮਿਹਰ ਕਰਦੇ ਆ, ਨਾਮ ਦੁਆਰਾ ਜੀਵ ਤਰਨ ਦੀ ਕੋਸ਼ਿਸ਼ ਕਰਦਾ ਤੇ ਸੌਖਾ ਲੱਗਦਾ। ਤੇ ਵਿਦਵਾਨ ਨੇ ਉਦਾਹਰਣ ਦਿੱਤੀ ਹੈ, ਜਾਨਤ ਗੋਪਦ ਤੁਲ ਤਰੇ ਹੈ। ਜਿਵੇਂ ਕਹਿੰਦੇ ਇੱਕ ਗਊ ਹੁੰਦੀ ਹੈ ਤੇ ਗਿੱਲੀ ਥਾਂ ਹੋਵੇ, ਗਿੱਲੀ ਮਿੱਟੀ ਹੋਵੇ, ਉੱਧਰ ਦੀ ਗਊ ਲੰਘ ਜਾਏ ਤੇ ਗਊ ਦੀ ਪੈੜ ਬਣ ਜਾਂਦੀ ਹੈ, ਉਹ ਟੋਆ ਜਿਹਾ ਬਣ ਜਾਂਦਾ, ਉਹਦੇ 'ਚ ਪਾਣੀ ਖੜ੍ਹ ਜਾਏ ਤੇ ਉਹਨੂੰ ਜੇ ਆਪਾਂ ਲੰਘਣਾ ਹੋਵੇ ਤੇ ਕਿਵੇਂ ਲੰਘਦੇ ਹਾਂ, ਸੌਖੇ ਹੀ ਇੱਕ ਪੈਰ ਇੱਧਰ ਤੇ ਪਲਾਂਘ ਪੱਟੀ ਤੇ ਆਪਾਂ ਲੰਘ ਗਏ ਟੋਏ ਨੂੰ। ਇਸੇ ਪ੍ਰਕਾਰ ਹੀ ਪਰਮੇਸ਼ਰ ਦਾ ਨਾਮ ਜਿਹੜਾ ਉਹ ਐਸਾ ਬਲੀ ਹੈ, ਐਸਾ ਸਮਰੱਥ ਹੈ। ਜਦੋਂ ਕੋਈ ਨਾਮ ਦੇ ਆਸਰੇ ਹੁੰਦਾ, ਉਹ ਇੱਦਾਂ ਤਰਦੇ ਆ ਸੰਸਾਰ ਨੂੰ। ਜਿਵੇਂ ਹੰਸਾਂ ਦੀ ਉਡਾਰੀ ਹੁੰਦੀ ਹੈ ਨਾ, ਇੱਕ ਕੁੱਕੜ ਦੀ ਉਡਾਰੀ, ਇੱਕ ਹੰਸ ਦੀ ਹੈ। ਕੁੱਕੜ ਦੀ ਉਡਾਰੀ ਕੀ ਹੈ, ਇੱਥੋਂ ਉੱਡਿਆ ਉੱਥੇ ਬਹਿ ਗਿਆ। ਹੰਸਾਂ ਦੀ ਉਡਾਰੀ ਕੀ ਹੈ ਵੀ ਇੱਕ ਬੰਨੇ ਉਡਾਰੀ ਭਰੀ, ਸਾਰਾ ਸਮੁੰਦਰ ਪਾਰ ਕਰ ਜਾਂਦੇ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨਾਮ ਦੀ ਐਸੀ ਬਰਕਤ ਹੈ। ਦੁੱਖ ਸਾਗਰ ਤਿਨ ਲੰਘਿਆ ਪਿਆਰੇ। ਹੇ ਪਿਆਰੇ ਜੀਵ, ਜਿਸ ਸੰਸਾਰ ਨੂੰ ਹਰੇਕ ਬੰਦਾ, ਹਰੇਕ ਮਨੁੱਖ ਦੁਖੀ ਹੈ, ਬੜੇ ਦੁੱਖ ਹਨ। ਦੁੱਖ ਕੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲਿਓ ਕੋਏ। ਜਿਸ ਨੂੰ ਪੁੱਛੋ, ਜਿਸ ਨੂੰ ਦੇਖੋ ਦੁਖੀ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਚਿੰਤਾ ਚਿੱਤ ਉਦਾਸ। ਥੋੜ੍ਹੇ ਥੋੜ੍ਹੇ ਸਾਰੇ ਦੁਖੀ, ਸੁਖੀ ਹਰੀ ਕੇ ਦਾਸ। ਕਿ ਦੁੱਖ ਬੜੇ ਆ ਸੰਸਾਰ ਦੇ ਅੰਦਰ, ਪਰ ਜਦੋਂ ਨਾਮ ਦੁਆਰਾ ਜੀਵ ਨਾਮ ਨਾਲ ਜੁੜੇ ਤੇ ਨਾਮ ਦਾਰੂ ਹੈ। ਜਿਵੇਂ ਦੁੱਖਾਂ ਦੀ ਦਵਾਈ ਹੁੰਦੀ ਹੈ, ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਦੁੱਖਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਸਾਰੇ ਰੋਗਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਹੈ। ਜਦੋਂ ਕੋਈ ਨਾਮ ਦੇ ਆਸਰੇ ਹੋ ਗਏ, ਨਾਮ ਜਪਣ ਲੱਗ ਪਿਆ, ਸਾਰੇ ਦੁੱਖ ਦਰਦ ਉਹਦੇ ਮਿਟ ਜਾਂਦੇ। ਮਾਨਸਿਕ ਰੋਗ, ਤਨ ਦੇ ਰੋਗ, ਕਿੰਨੀਆਂ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਸਾਡੇ ਉੱਪਰ। ਸਾਡਾ ਕੇਂਦਰੀ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਕਿੱਡੀ ਮਹਾਨਤਾ ਹੈ। ਕਿੰਨੀਆਂ ਉੱਥੇ ਘਟਨਾਵਾਂ, ਕਿੰਨੇ ਕੌਤਕ ਆਪਾਂ ਅਖਬਾਰਾਂ, ਟੀਵੀਆਂ 'ਤੇ, ਫੋਨਾਂ 'ਤੇ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਸਰੀਰ ਦੇ ਇੰਨੇ ਕਸ਼ਟ ਹੈ, ਇੰਨੇ ਦੁੱਖ ਲੱਗੇ, ਡਾਕਟਰ ਵੀ ਜਵਾਬ ਦੇ ਗਏ ਵੀ ਨਹੀਂ, ਹੁਣ ਨਹੀਂ, ਠੀਕ ਨਹੀਂ ਹੋ ਸਕਦੇ। ਪਰ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਐਸੀ ਕਿਰਪਾ ਵਰਤਦੀ ਹੈ। ਇਸ਼ਨਾਨ ਕਰਦੇ ਆ, ਬਾਣੀ ਪੜ੍ਹਦੇ ਆ, ਕੀਰਤਨ ਸੁਣਦੇ ਆ, ਦੁੱਖ ਜਿਹੜੇ ਆ ਉਸੇ ਸਮੇਂ ਹੀ ਅਲੋਪ ਹੀ ਹੋ ਜਾਂਦੇ ਆ। ਪ੍ਰਤੱਖ ਵੀ ਉੱਥੇ ਕੌਤਕ ਜਿਹੜੇ ਵੇਖਣ ਦੇ ਵਿੱਚ ਆ ਗਏ ਕਿ ਜਿਹੜੇ ਵੀਲ ਚੇਅਰਾਂ 'ਤੇ ਆਉਂਦੇ ਉਹ ਤੁਰ ਕੇ ਜਾਂਦੇ ਆ। ਐਸੀ ਕਿਰਪਾ ਹੈ ਗੁਰੂ ਰਾਮਦਾਸ ਦੇ ਦਰ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੁੱਖਾਂ ਦਾ ਜਿਹੜਾ ਸੰਸਾਰ ਸਮੁੰਦਰ ਹੈ ਉਹ ਲੰਘ ਜਾਂਦੇ ਹੈ, ਇਹ ਭਵਜਲ ਤੋਂ ਤਰ ਜਾਂਦੇ ਹਨ। ਜਿਸ ਭਾਵੈ ਤਿਸ ਮੇਲ ਲਹਿ ਪਿਆਰੇ, ਸੇਈ ਸਦਾ ਖਰੇ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਆ, ਤਿਸ ਮੇਲ ਲਹਿ, ਉਹਨਾਂ ਨੂੰ ਪਰਮੇਸ਼ਰ ਫਿਰ ਆਪਣੇ ਵਿੱਚ ਮੇਲ ਲੈਂਦਾ, ਆਪਣੇ ਬਣਾ ਲੈਂਦਾ। ਜਦੋਂ ਆਪਾਂ ਪਰਮੇਸ਼ਰ ਨੂੰ ਆਪਣਾ ਸਮਝਾਂਗੇ ਕਿ ਸਾਡਾ ਰੱਬ ਹੈ, ਲੋਕ ਤੇ ਪਰਲੋਕ ਦੇ ਅੰਦਰ ਸਾਡਾ ਕੋਈ ਆਪਣਾ ਨਹੀਂ, ਪਰਮੇਸ਼ਰ ਹੀ ਸਾਡਾ ਆਪਣਾ ਹੈ, ਫਿਰ ਉਹ ਪਰਮੇਸ਼ਰ ਵੀ ਆਪਣੇ ਬਣਾ ਲੈਂਦਾ। ਸੇਈ ਸਦਾ ਖਰੇ, ਤੇ ਉਹ ਪਰਲੋਕ ਦੇ ਅੰਦਰ ਤੇ ਲੋਕ ਦੇ ਅੰਦਰ ਖਰੇ, ਖਰੇ ਤੋਂ ਭਾਵ ਕਿ ਜਿਹੜੇ ਹੈ ਉਹ ਪ੍ਰਵਾਨਿਕ ਸਿੱਕੇ ਬਣ ਜਾਂਦੇ। ਜਿਵੇਂ ਇੱਕ ਖੋਟੇ ਸਿੱਕੇ ਹੁੰਦੇ, ਇੱਕ ਖਰੇ ਹੁੰਦੇ। ਜਿਹੜੇ ਖਰੇ ਹੁੰਦੇ ਉਹ ਪ੍ਰਵਾਨਿਕ ਮੰਨੇ ਜਾਂਦੇ ਆ ਵੀ ਇਹ ਪੂਰੇ ਸਭ ਥਾਵਾਂ ਦੇ ਵਿੱਚ ਸਹੀ ਹੈ। ਪੁਰਾਣੇ ਸਮਿਆਂ ਦੇ ਅੰਦਰ ਰਾਜੇ ਸਿੱਕੇ ਬਣਵਾਉਂਦੇ, ਟਕਸਾਲਾਂ ਹੁੰਦੀਆਂ, ਸਿੱਕੇ ਘੜੇ ਜਾਂਦੇ। ਫਿਰ ਉਹਨਾਂ ਸਿੱਕਿਆਂ ਦੀ ਪਰਖ ਕਰਦੇ। ਜਿਸ ਸਿੱਕੇ ਦੇ ਅੰਦਰ ਸੋਨਾ ਘੱਟ ਲੱਗਿਆ ਹੁੰਦਾ, ਮੋਹਰ ਸਹੀ ਨਾ ਲੱਗੀ ਹੁੰਦੀ, ਉਹਨੂੰ ਵਾਪਸ ਭੇਜਦੇ। ਅਤੇ ਜਿਹੜੇ 'ਤੇ ਵੇਖਦੇ ਵੀ ਇਹਦੇ 'ਤੇ ਸਹੀ ਪੂਰੀ ਵਜਨ ਦੇ ਨਾਲ ਸੋਨਾ ਲੱਗਿਆ, ਚਾਂਦੀ ਲੱਗੀ ਹੈ, ਉਹ ਕਹਿੰਦੇ ਵੀ ਇਹ ਖਰਾ ਸਿੱਕਾ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਜੀਵਨ ਖਰੇ ਬਣ ਜਾਂਦੇ ਹੈ, ਪਰਮੇਸ਼ਰ ਉਹਨਾਂ ਨੂੰ ਆਪਣੇ ਵਿੱਚ ਮੇਲ ਲੈਂਦਾ ਹੈ। ਸਮਰੱਥ ਪੁਰਖ ਦਇਆਲ ਦਿਓ ਪਿਆਰੇ, ਭਗਤਾਂ ਤਿਸ ਕਾ ਤਾਣ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ, ਹੇ ਪਿਆਰੇ ਜੀਵ, ਜੋ ਪਰਮੇਸ਼ਰ ਵਾਹਿਗੁਰੂ ਸਮਰੱਥ ਹੈ, ਉਹਦੇ ਅੰਦਰ ਸਾਰੇ ਕਰਮ ਕਰਨ ਦੀ ਸਮਰੱਥਾ ਹੈ, ਸ਼ਕਤੀ ਹੈ, ਤਾਕਤ ਹੈ। ਪੁਰਖ ਫਿਰ ਜਿਹੜਾ ਵਿਆਪਕ ਸਰੂਪ ਹੈ,
ਕਣ ਕਣ ਦੇ ਅੰਦਰ ਹੀ ਉਹ ਮਿਲਿਆ ਹੋਇਆ। ਸਭ ਥਾਵਾਂ 'ਤੇ ਉਸੇ ਦਾ ਜਲਵਾ, ਉਸੇ ਦਾ ਹੀ ਨੂਰ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਜ਼ਮੀਨ ਔ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਿਉਂ ਪਰਮੇਸ਼ਰ ਦੀ ਜੋਤ ਐਸੀ ਫੈਲੀ ਹੋਈ ਹੈ, ਜੋਤੀ ਸਰੂਪ ਹੋਣੇ ਕਰਕੇ ਇਸ ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ, ਪਤਾਲਾਂ ਦੇ ਅੰਦਰ, ਬ੍ਰਹਿਮੰਡਾਂ ਖੰਡਾਂ ਦੇ ਅੰਦਰ ਉਸੇ ਦਾ ਹੀ ਸਾਰਾ ਪਸਾਰਾ ਹੈ, ਉਸੇ ਦੀ ਹੀ ਸਾਰੀ ਕਲਾ ਹੈ। ਇਸ ਕਰਕੇ ਉਹ ਪੁਰਖ ਵਿਆਪਕ ਸਰੂਪ ਹੈ। ਜਿੱਥੇ ਵੀ ਉਹਨੂੰ ਕੋਈ ਯਾਦ ਕਰੇ ਉੱਥੇ ਹੀ ਉਹਦੀ ਹੋਂਦ ਹੈ, ਉਹਦੀ ਹਸਤੀ ਮੌਜੂਦ ਹੈ। ਇਸ ਕਰਕੇ ਫਿਰ ਉਹ ਦਇਆਲ ਦਿਓ, ਦਇਆਲ ਉਹ ਜੀਵਾਂ ਦੇ ਉੱਤੇ ਦਿਆਲਤਾ ਕਰਨ ਵਾਲਾ, ਦਇਆ ਕਰਨ ਵਾਲਾ, ਦਿਓ ਪ੍ਰਕਾਸ਼ ਸਰੂਪ ਹੈ। ਭਗਤਾਂ ਤਿਸ ਕਾ ਤਾਣ, ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤ ਹੈ ਉਹ ਐਸੇ ਪਰਮੇਸ਼ਰ ਨੂੰ ਆਪਣਾ ਤਾਣ ਕਹੀਏ ਬਲ ਸਮਝਦੇ ਹੈ। ਭਗਤ ਕਹਿੰਦੇ ਹੈ ਵੀ ਦੁੱਖ ਹੈ ਤੇ ਫਿਰ ਪਰਮੇਸ਼ਰ ਵੀ ਸਾਡਾ ਐਡਾ ਬੜੀ ਹੈ। ਉਹ ਪਰਮੇਸ਼ਰ ਦੇ ਗੁਣ ਦੱਸਦੇ ਹੈ ਵੀ ਇਹ ਦੁੱਖ ਤੇ ਕੁਝ ਵੀ ਨਹੀਂ, ਉਹ ਪਰਮੇਸ਼ਰ ਦੀ ਸਮਰੱਥਾ ਅੱਗੇ, ਉਹਦੀਆਂ ਵਡਿਆਈਆਂ ਅੱਗੇ, ਉਹਦੀ ਤਾਕਤ ਅੱਗੇ। ਭਗਤ ਜਿਹੜੇ ਆ ਉਹ ਪਰਮੇਸ਼ਰ ਦਾ ਤਾਣ ਆਸਰਾ ਲੈ ਕੇ, ਉਹਦਾ ਬਲ ਲੈ ਕੇ ਚੱਲਦੇ ਹਨ। ਤਿਸ ਸਰਣਾਈ ਢਹਿ ਪਏ ਪਿਆਰੇ, ਜੇ ਅੰਤਰ ਜਾਮੀ ਜਾਣ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਐਸੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਢਹਿ ਪੈ, ਐਸੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਤੂੰ ਨਤਮਸਤਕ ਹੋ ਜਾ। ਆਪਣਾ ਤਨ ਤੇ ਮਨ ਜਿਹੜਾ ਉਹ ਐਸੇ ਦਰ ਦੇ ਉੱਤੇ ਭੇਟਾ ਕਰ ਦੇ। ਮੇਲ ਲਹਿਓ ਦਇਆਲ, ਢਹਿ ਪਏ ਦੁਆਰਿਆ, ਰੱਖ ਲੇਵਹੁ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਜਿਵੇਂ ਕਿਸੇ ਚੀਜ਼ ਨੂੰ ਢਾਇਆ ਜਾਂਦਾ ਤੇ ਉਹ ਪੱਧਰੀ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਸਾਡੇ ਮਨ ਦੇ ਅੰਦਰੋਂ ਜਦੋਂ ਹੰਕਾਰ ਢਹਿ ਗਿਆ, ਕਾਮ ਕ੍ਰੋਧ ਇਹ ਵਿਕਾਰਾਂ ਦੀਆਂ ਕੰਧਾਂ ਜਿਹੜੀਆਂ ਬਣੀਆਂ ਢਹਿ ਗਈਆਂ, ਜਿਹਨੂੰ ਭਗਤ ਫਰੀਦ ਜੀ ਨੇ ਕਿਹਾ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਢਾਏ ਜਾਂਦੇ ਆ ਨਾ ਟਿੱਬੇ, ਫਿਰ ਪੱਧਰੀ ਬਣਦੀ ਹੈ ਜ਼ਮੀਨ। ਇਸੇ ਤਰ੍ਹਾਂ ਹੀ ਸਾਡੇ ਮਨ ਦੇ ਅੰਦਰ ਜਿਹੜੇ ਔਗਣ ਤੇ ਵਿਕਾਰਾਂ ਦੇ ਟੋਏ ਟਿੱਬੇ, ਇਹਨਾਂ ਨੂੰ ਲਾਹ ਕੇ ਢਾਹ ਕੇ ਸਾਰਿਆਂ ਨੂੰ ਜਦੋਂ ਮਨ ਪੱਧਰਾ ਹੋ ਗਿਆ, ਫਿਰ ਸਤਿਗੁਰੂ ਜੀ ਕਹਿੰਦੇ ਹਨ ਇੱਦਾਂ ਗੁਰੂ ਦੀ ਸ਼ਰਨ ਦੇ ਵਿੱਚ ਢਹਿ ਪੈ, ਆਪਣੀ ਹਸਤੀ ਜਿਹੜੀ ਹੈ ਉਹਨੂੰ ਖਤਮ ਕਰ ਦੇ, ਆਪਣੇ ਅੰਦਰੋਂ ਜਿਹੜੇ ਔਗਣ ਵਿਕਾਰ ਹਨ ਉਹਨਾਂ ਨੂੰ ਢਾਹ ਦੇ। ਜੇ ਅੰਤਰਜਾਮੀ ਜਾਣ, ਫਿਰ ਉਹ ਅੰਦਰ ਦੀਆਂ ਜਾਣਨ ਵਾਲਾ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜਿਹੜਾ ਹੈ, ਉਹ ਸਾਰੇ ਹੀ ਤੇਰੇ ਕਰਮ ਸਭ ਨੂੰ ਉਹ ਜਾਣਨ ਵਾਲਾ, ਪਛਾਣਨ ਵਾਲਾ ਹੈ। ਹਲਤ ਪਲਤ ਸਵਾਰਿਆ ਪਿਆਰੇ, ਮਸਤਕ ਸੱਚ ਨਿਸ਼ਾਨ। ਸਤਿਗੁਰੂ ਜੀ ਕਹਿੰਦੇ ਹੈ ਪਿਆਰੇ ਜੀਵ, ਫਿਰ ਉਹ ਪਰਮੇਸ਼ਰ ਨੇ ਜਦੋਂ ਤੂੰ ਢਹਿ ਪਿਆ, ਜਦੋਂ ਤੂੰ ਆਪਣੀ ਹਸਤੀ ਖਤਮ ਕਰ ਦਿੱਤੀ, ਫਿਰ ਤੇਰਾ ਲੋਕ ਤੇ ਪ੍ਰਲੋਕ ਉਹ ਪਰਮੇਸ਼ਰ ਨੇ ਸਵਾਰ ਦਿੱਤਾ। ਮਸਤਕ ਸੱਚ ਨਿਸ਼ਾਨ, ਫਿਰ ਤੇਰੇ ਮਸਤਕ ਦੇ ਵਿੱਚ, ਮੱਥੇ ਦੇ ਵਿੱਚ ਸੱਚਾ ਨਿਸ਼ਾਨ ਜਿਹੜਾ ਚਿੰਨ੍ਹ ਹੈ ਭਗਤੀ ਦਾ ਉਹ ਪਾ ਦਿੱਤਾ, ਨਾਮ ਦਾ ਤੈਨੂੰ ਚਿੰਨ੍ਹ ਦੇ ਦਿੱਤਾ। ਜਿਵੇਂ ਕਿਸੇ ਚਿੰਨ੍ਹ ਦੀ ਐਡੀ ਅਹਿਮੀਅਤ ਹੁੰਦੀ ਹੈ ਕਿਸੇ ਮੋਹਰ ਦੀ, ਕਿ ਉਹ ਜਿਸ ਕਾਗਜ਼ 'ਤੇ ਲੱਗ ਜੇ ਉਹ ਕਾਗਜ਼ ਲੈ ਕੇ ਆਪਾਂ ਕਿਤੇ ਦੀ ਕਿਤੇ ਚਲੇ ਜਾਂਦੇ ਹਾਂ। ਜਿਵੇਂ ਪਾਸਪੋਰਟ ਹੁੰਦੇ ਆ, ਜੇ ਮੋਹਰ ਲੱਗ ਜੇ ਤੇ ਬੰਦਾ ਕਨੇਡਾ ਅਮਰੀਕਾ ਕਿੱਥੇ ਕਿੱਥੇ ਘੁੰਮ ਆਉਂਦਾ। ਹੁੰਦਾ ਤੇ ਕਾਗਜ਼ ਹੀ ਹੈ, ਪਰ ਉਹਦੀ ਮੁੱਲ ਜਿਹੜਾ ਮੋਹਰ ਦਾ ਹੈ, ਵੈਸੇ ਉਹ ਕਾਗਜ਼ ਹੀ ਹੈ, ਵੈਸੇ ਨਹੀਂ ਜਾ ਸਕਦਾ ਜਿੰਨਾ ਚਿਰ ਮੋਹਰ ਨਹੀਂ ਲੱਗਦੀ। ਇਸੇ ਪ੍ਰਕਾਰ ਹੀ ਜੀਵਨ ਦੇ ਅੰਦਰ ਜਦੋਂ ਪਰਮੇਸ਼ਰ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ, ਨਾਮ ਜਿਹੜਾ ਉਹ ਸਾਡੇ ਅੰਦਰ ਵਸ ਜਾਂਦਾ, ਫਿਰ ਇਹ ਨਾਮ ਪਰਮੇਸ਼ਰ ਦਾ ਸਭ ਖੰਡਾਂ ਬ੍ਰਹਿਮੰਡਾਂ ਤੋਂ ਉੱਤੇ ਉਹ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਉਹਦੇ ਤੱਕ ਸਾਨੂੰ ਲੈ ਜਾਂਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਆ, ਮਸਤਕ ਸੱਚ ਨਿਸ਼ਾਨ। ਹੇ ਪਿਆਰੇ ਜੀਵ, ਤੇਰਾ ਲੋਕ ਤੇ ਪ੍ਰਲੋਕ ਸਵਰ ਜਾਂਦਾ, ਮਸਤਕ ਦੇ ਅੰਦਰ ਸੱਚਾ ਪਰਮੇਸ਼ਰ ਦੇ ਨਾਮ ਦਾ ਚਿੰਨ੍ਹ ਤੈਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ, ਨਾਨਕ ਸਦ ਕੁਰਬਾਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦੇ ਹਨ। ਹੇ ਪਿਆਰੇ ਜੀਵ, ਐਸਾ ਪ੍ਰਭੂ ਪਰਮੇਸ਼ਰ ਤੈਨੂੰ ਕਦੇ ਵੀ ਵਿਸਰਨਾ ਨਹੀਂ ਚਾਹੀਦਾ, ਤੈਨੂੰ ਭੁੱਲਣਾ ਨਹੀਂ ਚਾਹੀਦਾ। ਐਸੇ ਪਰਮੇਸ਼ਰ ਨੂੰ ਤੂੰ ਸਦਾ ਹੀ ਯਾਦ ਰੱਖ। ਆਪਣੇ ਜੀਵਨ ਦੇ ਅੰਦਰ ਜਿੰਨੇ ਵੀ ਤੂੰ ਕਰਮ ਧਰਮ ਕਰਦਾ, ਆਪਣਾ ਜੀਵਨ ਬਸਰ ਕਰ ਰਿਹਾ, ਦਿਨੇ ਰਾਤ ਤੂੰ ਉਹ ਪਰਮੇਸ਼ਰ ਦੇ ਨਾਮ ਨੂੰ ਕਦੇ ਭੁਲਾ ਹੀ ਨਾ। ਕਦੇ ਵੀ ਆਪਣੇ ਜੀਵਨ ਦੇ ਅੰਦਰ ਨਿਤਨੇਮ ਨੂੰ ਛੱਡ ਹੀ ਨਾ। ਨਾਗਾ ਪੈਣਾ ਹੀ ਨਹੀਂ ਦੇ ਕਿ ਨਿਤਨੇਮ ਨਹੀਂ ਛੱਡਣ ਦੇਣਾ। ਸੇਵਾ ਤੇ ਸਿਮਰਨ ਜਿਹੜੀ ਹੈ ਇਹ ਨਹੀਂ ਛੱਡਣਾ।
ਇਹਨੂੰ ਭੁਲਾਉਣਾ ਨਹੀਂ। ਇਸ ਕਰਕੇ ਸਤਿਗੁਰਾਂ ਦੇ ਪਾਸ ਬੇਨਤੀਆਂ ਕਰ ਕਿ ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਕਿਉਂਕਿ ਮਨ ਦੀ ਭੁੱਖ ਹੈ ਨਾ ਜਿਹੜੀ, ਇਹੀ ਭੁਲਾਉਂਦੀ ਹੈ ਪਰਮੇਸ਼ਰ ਦੇ ਨਾਮ ਤੋਂ। ਜਦੋਂ ਮਨ ਅੰਦਰੋਂ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ, ਤਰ੍ਹਾਂ ਤਰ੍ਹਾਂ ਦੇ ਫੁਰਨੇ ਉਠਾਉਂਦਾ, ਫਿਰ ਭੁੱਲਦਾ। ਅਤੇ ਜਦੋਂ ਮਨ ਦੀ ਭੁੱਖ ਲੈ ਜਾਂਦੀ ਹੈ, ਉਹ ਪਰਮੇਸ਼ਰ ਦਾ ਨਾਮ ਫਿਰ ਜਿਹੜਾ ਅੰਦਰ ਵਸਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਨਾਨਕ ਸਦ ਕੁਰਬਾਨ ਐਸੇ ਪ੍ਰਭੂ ਪਰਮੇਸ਼ਰ ਤੋਂ ਹੇ ਜੀਵ ਸਦਾ ਹੀ ਕੁਰਬਾਨ ਤੇ ਬਲਿਹਾਰ ਜਾਣਾ ਜਾ ਕਰ। ਅਤੇ ਐਸੇ ਪਰਮੇਸ਼ਰ ਨੂੰ ਕਦੇ ਨਾ ਭੁਲਾ। ਕਦੇ ਵੀ ਉਹ ਪਰਮੇਸ਼ਰ ਨੂੰ ਆਪਣੇ ਮਨ ਦੇ ਵਿੱਚੋਂ ਦੂਰ ਨਾ ਕਰ। ਆਪਣਾ ਮਨ ਜਿਹੜਾ ਸਦਾ ਹੀ ਪਰਮੇਸ਼ਰ ਦੇ ਨਾਮ ਦੇ ਵਿੱਚ ਜੋੜੀ ਰੱਖ। ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਕਿ ਆਪਣੇ ਜੀਵਨ ਦੇ ਅੰਦਰ ਮਨ ਜਿਹੜਾ, ਇਹਦੇ 'ਤੇ ਧਿਆਨ ਰੱਖਣਾ, ਇਹਨੂੰ ਨਾਮ ਦੇ ਵਾਲੇ ਪਾਸੇ ਜੋੜੀ ਰੱਖਣਾ। ਇੱਦਾਂ ਦਾ ਅਭਿਆਸ ਕਰਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਫਿਰ ਤੇਰੇ ਜੀਵਨ ਦੀ ਸਫਲਤਾ ਹੈ। ਲੋਕ ਅਤੇ ਪਰਲੋਕ ਜਿਹੜਾ ਉਹ ਸਵਰ ਜਾਂਦਾ ਹੈ। ਆਪਣਾ ਜੀਵਨ ਧਾਰਨ ਕੀਤਾ ਹੋਇਆ ਇਹ ਮਨੁੱਖਾ ਦੇਹ ਪ੍ਰਾਪਤ ਕੀਤੀ ਹੋਈ ਸਫਲੀ ਹੋ ਜਾਂਦੀ ਹੈ। ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਣੀਐ। ਆਏ ਬਸਹਿ ਸਾਧੂ ਕੇ ਸੰਗੇ ਅਨਦਿਨ ਨਾਮ ਧਿਆਵਹਿ ਰੰਗੇ। ਇਹ ਜੀਵਨ ਦੀ ਸਫਲਤਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਦੇ ਵਿਚਾਰ ਆਪਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਰਲ ਮਿਲ ਕੇ ਸਾਂਝਿਆਂ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਪਵਿੱਤਰ ਵਿਚਾਰਾਂ ਆਪਣੇ ਸਭ ਦੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ। ਰਹਿੰਦੇ 2 ਦਿਨਾਂ ਦੇ ਦੀਵਾਨਾਂ ਦੇ ਅੰਦਰ ਆਪ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਇਸੇ ਪ੍ਰਕਾਰ ਹੀ ਸਤਿਕਾਰਯੋਗ ਰਾਗੀ ਸਾਹਿਬਾਨ ਭਾਈ ਨਛੱਤਰ ਸਿੰਘ ਜੀ, ਜਿੰਨੀ ਵੀ ਕਮੇਟੀ ਹੈ, ਪ੍ਰਬੰਧਕ ਸੱਜਣ ਹਨ, ਸਭ ਦਾ ਧੰਨਵਾਦ ਜਿਹੜੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਦੇ ਹਨ। ਸਤਿਗੁਰੂ ਜੀ ਕਿਰਪਾ ਕਰਨ ਰਹਿੰਦੇ 2 ਦੀਵਾਨਾਂ ਦੇ ਅੰਦਰ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ। ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਹਾਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ। ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਤੂੰ ਠਾਕੁਰ